पंजाब अपडेट देखने वाले सारे दर्शकों का स्वागत। मैं राजदीप सुहान ते खबरों की शुरुआत करते हैं। पंजाब दे विच अज बंद का व्यापक असर देखने को मिल रहा है। तुहानूं दस दईए कि किसान संयुक्त मोर्चे के वलों अज भारत बंद का ऐलान किया गया है तो चक्का जाम करने का इत्थे ऐलान किया गया है। तुहानूं दस दईए कि जेकर पंजाब की गल की जाए तो पंजाब दे विच बंद का व्यापक असर देखने को मिल रहा है। इत्थे वख-वख थावां ते सड़कों ते ट्रैफिक जो है वो रुकी हुई नज़र आ रही है। तो व्यापारी जथेबंदियों की गल की जाए तो व्यापारक जथेबंदियों के वलों किसानों का भरपूर समर्थन दिता जा रहा है। वख-वख थावां दे विच अज बाजार दुकानां पूरी तरह बंद रखिया गई ने। हालांकि कुछ एमरजेंसी सेवावां जो ने उन्होंने जारी रखा गया है। तो सीधा लै चलते हैं बठिंडा, जिथे साडे सहयोगी पत्रकार अमित शर्मा के वलों बठिंडा शहर का जायजा लिया जा रहा है। ਤੁਸੀਂ देख रहे हो डेली पोस्ट। अज किसानों के संघर्ष ਨੂੰ 4 महीने का समा पूरा हो चुका है। ये तहत ही संयुक्त किसान मोर्चे का फैसला ਸੀਗਾ कि अज 26 मार्च ਨੂੰ भारत बंद किया जाऊगा, आवाजाही भी बंद होगी। ਜਿਹਦੀ ਤਸਵੀਰਾਂ ਤੁਹਾਨੂੰ ਅਸੀਂ ਬਠਿੰਡਾ ਤੋਂ ਦਿਖਾ ਦਈਏ। ਬਠਿੰਡਾ ਦੇ ਬੱਸ ਸਟੈਂਡ ਤੇ ਮੌਜੂਦ ਹੈ। ਸਾਰੀਆਂ ਬੱਸਾਂ ਅੱਜ ਬੰਦ ਕੀਤੀਆਂ ਗਈਆਂ ਕਿਉਂਕਿ ਕੇਂਦਰ ਸਰਕਾਰ ਦੇ ਖਿਲਾਫ ਜਿਹੜੀ ਇਹ ਲੜਾਈ ਚੱਲਦੀ ਪਈ ਹੈ। ਕਿਸਾਨਾਂ ਦੀ, ਆਮ ਲੋਕਾਂ ਦੀ ਇੱਕ ਜਨ ਅੰਦੋਲਨ ਜਿਹੜਾ ਦਿੱਲੀ ਦੇ ਵੱਖ-ਵੱਖ ਰੂਹਾਂ ਤੇ ਕਿਸਾਨ ਡਟੇ ਹੋਏ ਆ ਆਪਣੇ ਹੱਕ ਲੈਣ ਵਾਸਤੇ, ਉਹਦਾ ਅਸਰ ਦੇਖਣ ਨੂੰ ਬਠਿੰਡਾ 'ਚ ਮਿਲ ਰਿਹਾ ਕਿ ਅੱਜ ਭਾਰਤ ਬੰਦ ਦਾ ਸੱਦਾ ਸੀਗਾ ਤਾਂ ਭਾਰਤ ਬੰਦ ਦੇ ਸੱਦੇ ਤਹਿਤ ਜਿਹੜੇ ਚੱਕੇ ਆ ਬੱਸਾਂ ਦੇ ਉਹ ਵੀ ਰੋਕ ਦਿੱਤੇ ਗਏ ਆ। ਬੱਸਾਂ ਬੰਦ ਕੀਤੀਆਂ ਜਾ ਚੁੱਕੀਆਂ। ਬੱਸ ਸਟੈਂਡ ਤੇ ਕੋਈ ਵੀ ਬੱਸ ਨਹੀਂ ਚੱਲ ਰਹੀ ਹੈ ਕਿਉਂਕਿ ਕਿਸਾਨਾਂ ਦਾ ਐਲਾਨ ਸੀਗਾ ਕਿ 26 ਤਰੀਕ ਨੂੰ ਮੁਕੰਮਲ ਤੌਰ ਤੇ ਬੰਦ ਰਹੂਗਾ। ਉਹਦੇ ਤਹਿਤ ਬਠਿੰਡਾ ਦੀ ਤਸਵੀਰ ਤੁਹਾਨੂੰ ਦਿਖਾ ਰਹੇ ਹਾਂ। ਇਸ ਵਕਤ ਅਸੀਂ ਬਠਿੰਡਾ ਦੀ ਹਾਂ, ਜਿੱਥੇ ਬੱਸ ਸਟੈਂਡ ਦੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ। ਬੱਸ ਸਟੈਂਡ ਤੇ ਬਿਲਕੁਲ ਆਵਾਜਾਈ ਜਿਹੜੀ ਹੈ ਬੰਦ ਕੀਤੀ ਹੋਈ ਹੈ। ਕੋਈ ਵੀ ਬੱਸਾਂ ਅੱਜ ਨਹੀਂ ਚੱਲ ਰਹੀਆਂ ਕਿਉਂਕਿ ਕਿਸਾਨਾਂ ਨੇ ਫੈਸਲਾ ਕੀਤਾ ਸੀ ਕਿ 26 ਨੂੰ ਜਿਹੜਾ ਬੰਦ ਕੀਤਾ ਜਾਊਗਾ, ਭਾਰਤ ਬੰਦ ਹੋਊਗਾ। ਉਸ ਭਾਰਤ ਬੰਦ ਦਾ ਸਾਰਥਕ ਅਸਰ ਜਿਹੜਾ ਬਠਿੰਡਾ 'ਚ ਵੀ ਦੇਖਣ ਨੂੰ ਮਿਲ ਰਿਹਾ, ਜਿੱਥੇ ਅੱਜ ਪੂਰੇ ਬਠਿੰਡਾ ਦੇ, ਪੂਰੇ ਪੰਜਾਬ ਦੇ ਵੱਖ-ਵੱਖ ਹਿੱਸਿਆਂ 'ਚ, ਪੂਰੇ ਦੇਸ਼ 'ਚ ਪ੍ਰਦਰਸ਼ਨ ਹੋਣਗੇ। ਖੇਤੀ ਕਾਨੂੰਨਾਂ ਨੂੰ ਲੈ ਕੇ ਸਰਕਾਰ ਦੇ ਖਿਲਾਫ ਜਿਹੜੀ ਲੜਾਈ ਚੱਲਦੀ ਪਈ ਹੈ ਕਿਸਾਨਾਂ ਦੀ, ਉਹਦੇ ਤਹਿਤ ਅੱਜ ਭਾਰਤ ਬੰਦ ਦਾ ਜਿਹੜਾ ਸਮਰਥਨ ਹੈ ਉਹ ਵੀ ਤੁਸੀਂ ਦੇਖ ਰਹੇ ਹੋ। ਬਠਿੰਡਾ ਦੇ ਵਿੱਚ ਵੀ ਬੱਸਾਂ ਜਿਹੜੀਆਂ ਬੰਦ ਕੀਤੀਆਂ ਗਈਆਂ। ਸਰਕਾਰੀ ਪ੍ਰਾਈਵੇਟ ਬੱਸਾਂ ਜਿਹੜੀਆਂ ਅੱਜ ਨਹੀਂ ਚੱਲ ਰਹੀਆਂ। ਭਾਰਤ ਬੰਦ ਦਾ ਸੱਦਾ ਸੀਗਾ, ਸਮਰਥਨ ਮੰਗਿਆ ਗਿਆ ਸੀਗਾ ਕਿ ਸਾਨੂੰ ਸਮਰਥਨ ਹਰ ਵਰਗ ਦੇਵੇ, ਤਾਂ ਹਰ ਵਰਗ ਨੇ ਸਮਰਥਨ ਦਿੱਤਾ ਵੀ ਹੈ। ਬਾਜ਼ਾਰਾਂ 'ਚ ਕੁਝ ਦੁਕਾਨਾਂ ਇੱਕਾ ਦੁੱਕਾ ਖੁੱਲ੍ਹੀਆਂ ਵੀ ਹੈ, ਪਰ ਉਹ ਵੀ ਕਿਸਾਨ ਜਿਹੜੇ ਨੇ ਉਹ ਦੁਕਾਨਾਂ ਬੰਦ ਕਰਵਾ ਰਹੇ ਨੇ ਸ਼ਾਂਤਮਈ ਅਪੀਲ ਕਰਕੇ ਕਿ ਲੜਾਈ ਸਾਰਿਆਂ ਦੀ ਲੜਾਈ ਹੈ, ਇਕੱਠੀ ਲੜਾਈ ਹੈ, ਇਕਜੁੱਟ ਹੋ ਕੇ ਲੜੀ ਜਾਊਗੀ ਤਾਂ ਹੀ ਕੇਂਦਰ ਦੀ ਸਰਕਾਰ ਤੋਂ ਇਹ ਕਾਲੇ ਕਾਨੂੰਨ ਜਿਹੜੇ ਹੈ ਰੱਦ ਕਰਵਾਏ ਜਾਣਗੇ। ਤਾਂ ਇਹਦੇ ਤਹਿਤ ਤੁਸੀਂ ਤਸਵੀਰਾਂ ਇਸ ਵਕਤ ਬਠਿੰਡਾ ਦੀਆਂ ਦੇਖ ਰਹੇ ਹੋ, ਜਿੱਥੇ ਬਠਿੰਡਾ ਦਾ ਬੱਸ ਸਟੈਂਡ ਮੁਕੰਮਲ ਤੌਰ ਤੇ ਬੰਦ ਹੈ। ਬਿਲਕੁਲ ਆਵਾਜਾਈ ਠੱਪ ਕੀਤੀ ਹੋਈ ਹੈ, ਸਨਾਟਾ ਵਿਸਰਿਆ ਹੋਇਆ। ਇੱਕਾ ਦੁੱਕਾ ਜਿਹੜੇ ਇੱਥੋਂ ਦੇ ਕਰਮਚਾਰੀ ਨੇ ਉਹੀ ਨੇ। ਬਾਕੀ ਇਸ ਤੋਂ ਇਲਾਵਾ ਬਾਜ਼ਾਰ ਦੇ ਵਿੱਚ ਥਾਂ-ਥਾਂ ਤੇ ਜਿਹੜੇ ਕਿਸਾਨ ਨੇ ਉਹ ਬਾਜ਼ਾਰਾਂ 'ਚ ਲੋਕਾਂ ਨੂੰ ਅਪੀਲ ਕਰਦੇ ਹੋਏ ਦਿਖਾਈ ਦੇ ਰਹੇ ਨੇ ਕਿ ਦੁਕਾਨਾਂ ਬੰਦ ਕੀਤੀਆਂ ਜਾਣ, ਦੁਕਾਨਾਂ ਨਾ ਖੋਲ੍ਹੀਆਂ ਜਾਣ ਕਿਉਂਕਿ ਲੜਾਈ ਲੰਬੀ ਹੈ। ਕੇਂਦਰ ਦੀ ਸਰਕਾਰ ਹਜੇ ਤੱਕ ਕੋਈ ਵੀ ਫੈਸਲਾ ਨਹੀਂ ਕਰ ਪਾ ਰਹੀ ਹੈ। ਤੁਸੀਂ ਦੇਖ ਰਹੇ ਹੋ ਬੱਸਾਂ ਜਿਹੜੀਆਂ ਰੋਜ਼ਾਨਾ ਲੱਖਾਂ ਦੇ ਹਿਸਾਬ ਦੇ ਵਿੱਚ ਇੱਥੋਂ ਲੋਕ ਸਫ਼ਰ ਕਰਦੇ ਆ, ਤਾਂ ਤੁਸੀਂ ਦੇਖ ਰਹੇ ਹੋ ਅੱਜ ਸਨਾਟਾ ਹੈਗਾ ਇੱਥੇ, ਬਿਲਕੁਲ ਕੋਈ ਵੀ ਲੋਕ ਇੱਥੇ ਨਹੀਂ ਹੈਗੇ ਆ। ਤਾਂ ਤਸਵੀਰਾਂ ਜਿਹੜੀਆਂ ਤੁਸੀਂ ਇਸ ਵਕਤ ਖੁੱਲ੍ਹੇਗਾ, ਤਸਵੀਰਾਂ ਜਿਹੜੀਆਂ ਤੁਸੀਂ ਦੇਖ ਰਹੇ ਹੋ ਇੱਥੇ ਜਿਹੜੇ ਤਸਵੀਰ ਤੁਸੀਂ ਦੇਖ ਰਹੇ ਹੋ ਜਿਹੜੇ ਲੋਕਲ ਜਿਹੜਾ ਇੱਥੋਂ ਸਟਾਫ ਹੈਗਾ, ਬੱਸਾਂ ਦੇ ਜਿਹੜੇ ਕਰਮਚਾਰੀ ਹੈਗੇ ਜਾਂ PRTC ਦੇ ਇੰਪਲਾਈ ਨੇ ਜਾਂ ਪ੍ਰਾਈਵੇਟ ਬੱਸਾਂ ਦੇ ਇੰਪਲਾਈ ਨੇ, ਉਹ ਇੱਥੇ ਮੌਜੂਦ ਹੈਗੇ ਆ। ਪਰ ਫਿਲਹਾਲ ਜਿੰਨੀਆਂ ਸਵਾਰੀਆਂ ਉਹ ਬਿਲਕੁਲ ਅਜੇ ਨਹੀਂ ਹੈ ਕਿਉਂਕਿ ਪਹਿਲਾਂ ਹੀ ਐਲਾਨ ਕੀਤਾ ਗਿਆ ਸੀਗਾ ਕਿ ਇਹ ਬੰਦ ਹੋਣਾ 26 ਤਰੀਕ ਨੂੰ, ਤਾਂ ਇਸ ਕਰਕੇ ਤੁਸੀਂ ਉਸ ਦੇ ਸਫ਼ਰ ਨਾ ਕਰੋ। ਤਾਂ ਇਸ ਕਰਕੇ ਆਵਾਜਾਈ ਦਾ ਚੱਕਾ ਜਿਹੜਾ ਉਹ ਵੀ ਜਾਮ ਕੀਤਾ ਗਿਆ ਹੈ। ਇਹ ਬੱਸਾਂ ਜਿਹੜੀਆਂ ਰੋਜ਼ਾਨਾ ਸੜਕਾਂ ਤੇ ਦੌੜਦੀਆਂ ਨੇ, ਲੱਖਾਂ ਲੋਕ ਸਫ਼ਰ ਕਰਦੇ ਆ, ਤਾਂ ਇਸ ਕਰਕੇ ਸਰਕਾਰ ਜਿਹੜੀ ਹਜੇ ਤੱਕ ਕਿਸਾਨਾਂ ਦੇ ਹੱਕ 'ਚ ਕੋਈ ਗੱਲ ਨਹੀਂ ਕਰ ਪਾਈ ਹੈ। ਉਹਦੇ ਇਹ ਫੈਸਲਾ ਸੀਗਾ ਸੰਯੁਕਤ ਕਿਸਾਨ ਮੋਰਚੇ ਦਾ ਕਿ ਅੱਜ ਬੰਦ ਕੀਤਾ ਜਾਊਗਾ, ਭਾਰਤ ਬੰਦ ਹੋਊਗਾ। ਤਾਂ ਇਸ ਭਾਰਤ ਬੰਦ ਦਾ ਸਾਰਥਕ ਅਸਰ ਹੈ ਉਹ ਵੀ ਦੇਖਣ ਨੂੰ ਮਿਲ ਰਿਹਾ। ਇੱਥੇ ਤਸਵੀਰਾਂ ਜਿਹੜੀਆਂ ਤੁਹਾਨੂੰ ਬਠਿੰਡਾ ਤੋਂ ਦਿਖਾ ਰਹੇ ਹਾਂ ਅਸੀਂ ਬੱਸ ਸਟੈਂਡ ਦੀਆਂ, ਜਿੱਥੇ ਜਿੰਨੇ ਵੀ ਬੱਸਾਂ ਦੇ ਵਿੱਚ ਲੋਕ ਸਫ਼ਰ ਕਰਦੇ ਆ ਜਾਂ ਜਿਹੜੇ ਬੱਸ ਆਪਰੇਟਰ ਹੈਗੇ ਆ ਉਹਨਾਂ ਨੇ ਸਮਰਥਨ ਦਿੰਦੇ ਹੋਏ ਅੱਜ ਬੱਸਾਂ ਦਾ ਜਿਹੜਾ ਬਿਲਕੁਲ ਚੱਕਾ ਰੋਕ ਦਿੱਤਾ। ਬੱਸਾਂ ਰੁਕੀਆਂ ਹੋਈਆਂ, ਨਹੀਂ ਚੱਲ ਰਹੇ। ਜਿਹੜੇ ਸਵਾਰੀਆਂ ਜਿਹੜੀਆਂ ਇੱਥੋਂ ਚੜ੍ਹਦੀਆਂ ਨੇ ਉਹ ਵੀ ਅੱਜ ਨਹੀਂ ਆਈਆਂ ਕਿਉਂਕਿ ਜਿਹੜਾ ਬੰਦ ਸੀਗਾ ਉਹ ਸਮਰਥਨ ਇਹ ਮੰਗਿਆ ਗਿਆ ਸੀ, ਸਾਰਿਆਂ ਤੋਂ ਸਮਰਥਨ ਮੰਗਿਆ ਗਿਆ ਸੀ। ਉਹਦੇ ਤਹਿਤ ਤੁਸੀਂ ਦੇਖ ਰਹੇ ਹੋ ਜਿਹੜਾ ਬੰਦ ਹੈਗਾ ਉਹਦੇ ਸਾਰਥਕ ਅਸਰ ਬਠਿੰਡਾ 'ਚ ਵੀ ਦੇਖਣ ਨੂੰ ਮਿਲ ਰਿਹਾ ਕਿ ਬਠਿੰਡਾ ਦਾ ਬੱਸ ਸਟੈਂਡ ਮੁਕੰਮਲ ਤੌਰ ਤੇ ਬੰਦ ਹੈ। ਕੋਈ ਬੱਸ ਜਿਹੜੀ ਹੈ ਨਹੀਂ ਚੱਲ ਰਹੀ। ਵੱਡਾ ਇੱਕ ਸਮਰਥਨ ਜਿਹੜਾ ਉਹ ਵੱਡਾ ਸਮਰਥਨ ਮਿਲਿਆ, ਆਮ ਲੋਕਾਂ ਦਾ ਮਿਲਿਆ, ਹਰ ਵਰਗ ਦਾ ਮਿਲਿਆ। ਕੇਂਦਰ ਦੀ ਸਰਕਾਰ ਦੇ ਖਿਲਾਫ ਜਿਹੜੀ ਲੜਾਈ ਵਿੱਢੀ ਹੋਈ ਕਿਸਾਨਾਂ ਨੇ ਉਹਦੇ ਤਹਿਤ ਤੁਸੀਂ ਦੇਖ ਰਹੇ ਹੋ ਜਿਹੜਾ ਇਹ ਇੱਕ ਵੱਡਾ ਪ੍ਰੋਟੈਸਟ
ਪੂਰੇ ਪੰਜਾਬ 'ਚ ਹੋ ਰਿਹਾ। ਬੱਸ ਸਟੈਂਡ ਤੇ ਵੱਖ-ਵੱਖ ਥਾਵਾਂ ਦੇ ਉੱਤੇ ਜਿਹੜੀਆਂ ਬੱਸਾਂ ਰੋਕ ਦਿੱਤੀਆਂ ਗਈਆਂ ਕਿਉਂਕਿ ਅੱਜ ਵੱਡੀ ਮੰਗ ਹੈਗੀ ਆ ਕਿ ਇਹ ਖੇਤੀ ਕਾਲੇ ਕਾਨੂੰਨ ਜਿਹੜੇ ਆ ਇਹ ਰੱਦ ਹੋਣੇ ਚਾਹੀਦੇ ਆ। ਇਸ ਕਰਕੇ ਤੁਸੀਂ ਦੇਖ ਰਹੇ ਹੋ ਕੁਝ ਲੋਕ ਇੱਥੇ ਪਰੇਸ਼ਾਨ ਵੀ ਹੋ ਰਹੇ ਕਿਉਂਕਿ ਇਹ ਤਸਵੀਰ ਤੁਸੀਂ ਦੇਖ ਰਹੇ ਹੋ, ਇੱਥੇ ਇੱਕ ਸ਼ਖਸ ਸਾਨੂੰ ਦਿਖ ਰਿਹਾ ਹੈ ਜਿਹਦੇ ਕੋਲੇ ਬੈਗ ਹੈਗਾ, ਇਹਨੇ ਸਫ਼ਰ ਹੋ ਸਕਦਾ ਇਹਨੂੰ ਜਾਣਕਾਰੀ ਨਾ ਹੋਵੇ। ਪਰ ਵੱਡਾ ਇੱਥੇ ਸਵਾਲ ਇਹ ਬਣਦਾ ਕਿ ਇੰਨੇ ਲੋਕ, ਇੰਨੇ ਕਿਸਾਨਾਂ ਦੀ ਸ਼ਹਾਦਤਾਂ ਹੋ ਰਹੀਆਂ ਤੇ ਆਖਰਕਾਰ ਕੇਂਦਰ ਦੀ ਸਰਕਾਰ ਹੋਰ ਕਿੰਨੇ ਕੁ ਜਿਹੜੇ ਆ ਕਿਸਾਨਾਂ ਦੀ ਜਾਨ ਲਊਗੀ, ਕਿੰਨੇ ਕਿਸਾਨ ਹੋਰ ਜਾਨ ਗਵਾਉਣਗੇ ਤਾਂ ਕਿਸਾਨਾਂ ਦੀ ਮੰਗਾਂ ਪੂਰੀਆਂ ਹੋਣਗੀਆਂ। ਪਰ ਅੱਜ ਬਠਿੰਡਾ ਦੀ ਗੱਲ ਕਰੀਏ ਤਾਂ ਬਠਿੰਡਾ ਵਿੱਚ ਜਿਹੜਾ ਸੰਯੁਕਤ ਕਿਸਾਨ ਮੋਰਚੇ ਦਾ ਫੈਸਲਾ ਸੀਗਾ ਕਿ ਪੂਰੇ ਪੰਜਾਬ ਦੇ ਵਿੱਚ ਪ੍ਰਦਰਸ਼ਨ ਹੋਣਗੇ, ਬੰਦ ਦਾ ਸਾਰਥਕ ਜਿਹੜਾ ਅਸਰ ਆ ਉਹ ਜਿਹੜਾ ਦੇਖਣ ਨੂੰ ਮਿਲ ਰਿਹਾ। ਤਾਂ ਸੰਯੁਕਤ ਕਿਸਾਨ ਮੋਰਚੇ ਦੇ ਫੈਸਲੇ ਦੇ ਤਹਿਤ ਹੀ ਬਠਿੰਡਾ ਵਿੱਚ ਵੀ ਜਿਹੜਾ ਪੂਰਾ ਬੰਦ ਹੈ। ਬੱਸਾਂ ਜਿਹੜੀਆਂ ਤੁਸੀਂ ਦੇਖ ਰਹੇ ਹੋ ਬੱਸ ਸਟੈਂਡ ਦਾ ਬਿਲਕੁਲ ਇੱਥੇ ਸन्नाटा ਹੈਗਾ, ਕੋਈ ਵੀ ਬੱਸ ਨਹੀਂ ਚੱਲ ਰਹੀ, ਸੜਕਾਂ ਤੇ ਬੱਸਾਂ ਵੀ ਨਹੀਂ ਹੈਗੀਆਂ। ਇਸ ਕਰਕੇ ਇਸ ਭਾਰਤ ਬੰਦ ਦਾ ਜਿਹੜਾ ਸੱਦਾ ਸੀਗਾ ਉਹਦੇ ਵਿੱਚ ਵੱਡਾ ਜਿਹੜਾ ਇੱਕ ਸਮਰਥਨ ਹੈਗਾ ਆਮ ਲੋਕਾਂ ਦਾ ਤੇ ਹਰ ਵਰਗ ਦਾ ਕਿਸਾਨਾਂ ਨੂੰ ਮਿਲਿਆ। ਇਸ ਕਰਕੇ ਕੇਂਦਰ ਸਰਕਾਰ ਨੂੰ ਚਾਹੀਦਾ ਕਿ ਕਿਸਾਨਾਂ ਦੇ ਜਿਹੜੇ ਹੱਕ ਹੈ ਉਹਨਾਂ ਨੂੰ ਦਿੱਤੇ ਜਾਣ ਤੇ ਖੇਤੀ ਕਾਲੇ ਜਿਹੜੇ ਆ ਇਹ ਰੱਦ ਕੀਤੇ ਜਾਣ ਤਾਂ ਕਿ ਕਿਸਾਨ ਖੁਸ਼ੀ-ਖੁਸ਼ੀ ਆਪਣੇ ਘਰਾਂ ਨੂੰ ਵਾਪਸ ਪਰ ਜਾਣ। ਕੈਮਰਾਮੈਨ ਸ਼ਪਿੰਦਰ ਦੇ ਨਾਲ ਅਮਿਤ ਸ਼ਰਮਾ, ਡੇਲੀ ਪੋਸਟ ਪੰਜਾਬੀ, ਬਠਿੰਡਾ। ਤੇ ਤਸਵੀਰਾਂ ਸਨ ਬਠਿੰਡਾ ਦੇ ਬੱਸ ਅੱਡੇ ਦੀਆਂ ਜਿੱਥੇ ਕਿ ਆਵਾਜਾਈ ਜਿਹੜੀ ਆ ਪੂਰੀ ਤਰ੍ਹਾਂ ਠੱਪ ਨਜ਼ਰ ਆ ਰਹੀ ਹੈ। ਬੱਸਾਂ ਚੱਲਦੀਆਂ ਹੋਈਆਂ ਨਹੀਂ ਨਜ਼ਰ ਆ ਰਹੀਆਂ। ਇੱਥੇ ਪੂਰੀ ਤਰ੍ਹਾਂ ਸੜਕ ਜੋ ਹੈ ਉਹ ਖਾਲੀ ਨਜ਼ਰ ਆਈ ਹੈ। ਤਾਂ ਤੁਹਾਨੂੰ ਦੱਸ ਦਈਏ ਵੱਖ-ਵੱਖ ਤਸਵੀਰਾਂ ਖੰਨਾ, ਫਤਿਹਗੜ੍ਹ ਸਾਹਿਬ, ਭਗਤਾ ਭਾਈ, ਫਿਰੋਜ਼ਪੁਰ ਤੇ ਕੋਟਕਪੂਰਾ ਤੋਂ ਸਾਹਮਣੇ ਆਈਆਂ ਨੇ ਜਿੱਥੇ ਸੜਕਾਂ ਸੁਨਸਾਨ ਨਜ਼ਰ ਆ ਰਹੀਆਂ ਨੇ, ਬਾਜ਼ਾਰ ਬੰਦ ਨਜ਼ਰ ਆ ਰਹੇ ਨੇ, ਦੁਕਾਨਾਂ ਪੂਰੀ ਤਰ੍ਹਾਂ ਬੰਦ ਦਿਖਾਈ ਦੇ ਰਹੀਆਂ ਨੇ ਤੇ ਸਾਫ਼ ਪਤਾ ਚੱਲ ਰਿਹਾ ਹੈ ਕਿ ਕਿਸਾਨਾਂ ਨੂੰ ਪੂਰਾ ਸਮਰਥਨ ਦਿੱਤਾ ਜਾ ਰਿਹਾ ਹੈ ਵਪਾਰੀ ਵਰਗ ਦੇ ਵੱਲੋਂ। ਦੂਜੇ ਪਾਸੇ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਵੀ ਪੂਰੀ ਚੌਕਸੀ ਵਰਤੀ ਜਾ ਰਹੀ ਹੈ ਤੇ ਸ਼ਾਂਤੀ ਬਣਾਈ ਰੱਖਣ ਦੀ ਪੂਰੀ ਅਪੀਲ ਕਰਦੇ ਹੋਏ ਪੂਰੀ ਨਜ਼ਰਸਾਨੀ ਜਿਹੜੀ ਹੈ ਉਹ ਉੱਥੇ ਕੀਤੀ ਜਾ ਰਹੀ ਹੈ। ਤੁਹਾਨੂੰ ਦੱਸ ਦਈਏ ਕਿ ਇਹ ਵੱਖ-ਵੱਖ ਤਸਵੀਰਾਂ ਵੱਖ-ਵੱਖ ਸ਼ਹਿਰਾਂ ਦੀਆਂ ਜਿੱਥੇ ਭਾਰਤ ਬੰਦ ਦਾ ਅਸਰ ਜੋ ਹੈ ਉਹ ਦੇਖਣ ਨੂੰ ਮਿਲ ਰਿਹਾ ਹੈ। ਤੇ ਹੁਣ ਤੁਹਾਨੂੰ ਲੈ ਚੱਲਦੇ ਹਾਂ ਅੰਮ੍ਰਿਤਸਰ ਜਿੱਥੇ ਮੌਜੂਦ ਨੇ ਸਾਡੇ ਸਹਿਯੋਗੀ ਪੱਤਰਕਾਰ ਸੁਖਚੈਨ ਸਾਗਰ ਜੀ। ਸੁਖਚੈਨ, ਕਿਹੋ ਜਿਹੇ ਹਾਲਾਤ ਇੱਥੇ ਬਣੇ ਹੋਏ ਨੇ? ਹਾਲਾਤਾਂ ਦੀ ਗੱਲ ਕੀਤੀ ਜਾਵੇ ਤਾਂ ਅੰਮ੍ਰਿਤਸਰ ਦੇ ਸੜਕਾਂ ਜਿਹੜੀਆਂ ਨੇ ਉਹ ਕਿਤੇ ਨਾ ਕਿਤੇ ਉੱਥੇ ਕਿਸਾਨ ਜਥੇਬੰਦੀਆਂ ਬੈਠੀਆਂ ਨੇ, ਰੇਲਵੇ ਟਰੈਕਾਂ ਦੇ ਉੱਤੇ ਜਥੇਬੰਦੀਆਂ ਬੈਠੀਆਂ ਨੇ। ਤਾਂ ਸਭ ਤੋਂ ਵੱਡੀ ਗੱਲ ਹੈ ਕਿ ਆਮ ਲੋਕ ਜਿਹੜੇ ਨੇ ਉਹ ਵੀ ਕਿਸਾਨ ਦਾ ਸਾਥ ਦੇਣ ਵਾਸਤੇ ਅੱਗਾਂ ਵਧ ਰਹੇ ਨੇ ਕਿਉਂਕਿ 2 ਦਿਨ ਪਹਿਲਾਂ ਹੀ ਕਿਸਾਨਾਂ ਵੱਲੋਂ ਜਿਹੜਾ ਇਹ ਬੰਦ ਦਾ ਐਲਾਨ ਕੀਤਾ ਗਿਆ ਸੀ ਤਾਂ ਨਾਲ ਦੇ ਨਾਲ ਲੋਕਾਂ ਨੂੰ ਜਾਗਰੂਕ ਵੀ ਕੀਤਾ ਗਿਆ ਸੀ ਕਿ ਇਸ ਬੰਦ ਦੇ ਵਿੱਚ ਸਾਡਾ ਸਾਥ ਦਿੱਤਾ ਜਾਵੇ ਤਾਂ ਜੋ ਅਸੀਂ ਇਸ ਕ੍ਰਿਸ਼ੀ ਕਾਨੂੰਨਾਂ ਨੂੰ ਰੱਦ ਕਰਾਉਣ ਦੇ ਵਿੱਚ ਸਫਲ ਹੋ ਸਕੀਏ। ਤਾਂ ਲੋਕਾਂ ਦਾ ਵੱਡਾ ਹੁੰਗਾਰਾ ਜਿਹੜਾ ਵਾ ਉਹ ਕਿਸਾਨ ਜਥੇਬੰਦੀਆਂ ਨਾਲ ਨਜ਼ਰ ਆ ਰਿਹਾ। ਤਾਂ ਇਸ ਵੇਲੇ ਤਸਵੀਰ ਦੇਖ ਸਕਦੇ ਜੇ ਕਿ ਬੀਬੀਆਂ, ਬੱਚੇ ਤਾਂ ਨੌਜਵਾਨ, ਬਜ਼ੁਰਗ ਹਰ ਕੋਈ ਇੱਥੇ ਇਸ ਵਕਤ ਧਰਨਿਆਂ ਦੇ ਵਿੱਚ ਮੌਜੂਦ ਹੈ। ਤਾਂ ਇਸ ਵੇਲੇ ਅਸੀਂ ਵੱਲਾ ਫਾਟਕ ਦੇ ਉੱਤੇ ਮੌਜੂਦ ਹੈ ਜਿੱਥੇ ਕਿ ਹਰ ਵਾਰ ਧਰਨਾ ਲਗਾਇਆ ਜਾਂਦਾ। ਤਾਂ ਇਸ ਜਗ੍ਹਾ ਤੇ ਧਰਨਾ ਲਗਾਇਆ ਤਾਂ ਅੰਮ੍ਰਿਤਸਰ ਦੀ ਜਿੱਥੋਂ ਸ਼ੁਰੂਆਤ ਹੁੰਦੀ ਹੈ ਗੋਲਡਨ ਗੇਟ ਦੇ ਉੱਤੇ, ਉੱਥੇ ਵੀ ਵੱਡੀ ਗਿਣਤੀ ਦੇ ਵਿੱਚ ਕਿਸਾਨ ਜਥੇਬੰਦੀਆਂ ਜਿਹੜੀਆਂ ਨੇ ਉਹ ਬੈਠੀਆਂ ਹੋਈਆਂ ਨੇ। ਤਾਂ ਵੱਖ-ਵੱਖ ਤਰੀਕੇ ਦੇ ਨਾਲ ਸੜਕਾਂ ਦੇ ਉੱਤੇ ਵੀ ਕਿਤੇ ਨਾ ਕਿਤੇ ਜਿਹੜੇ ਕਿਸਾਨ ਆਗੂ ਨੇ ਉਹ ਘੁੰਮਦੇ ਨਜ਼ਰ ਆ ਰਹੇ ਨੇ ਤਾਂ ਜੋ ਲੋਕਾਂ ਕੋਲ ਵੱਧ ਤੋਂ ਵੱਧ ਸਮਰਥਨ ਜਿਹੜਾ ਵਾ ਉਹ ਮੰਗਿਆ ਜਾ ਸਕੇ। ਤਾਂ ਇਸ ਤਰੀਕੇ ਦੇ ਹਾਲਾਤ ਜਿਹੜੇ ਇੱਥੇ ਬਣੇ ਹੋਏ ਨੇ ਤਸਵੀਰ ਦੇ ਵਿੱਚ ਸਾਫ਼ ਦੇਖ ਸਕਦੇ ਜੀ ਕਿ ਕਿਸ ਤਰੀਕੇ ਦੇ ਨਾਲ ਇਸ ਵੇਲੇ ਹਰ ਕੋਈ ਇੱਥੇ ਮੌਜੂਦ ਆ। ਬੀਬੀਆਂ ਮੌਜੂਦ ਨੇ ਧੁੱਪ ਦੇ ਵਿੱਚ ਇਸ ਵੇਲੇ ਤਾਂ ਕਿ ਹੁੰਦੇ ਜੀ ਬੀਬੀ ਜੀ ਇਸ ਵੇਲੇ ਧਰਨੇ ਦੇ ਉੱਤੇ ਮੌਜੂਦ ਹੈ। ਚਾਹੇ ਜਿੰਨੀ ਮਰਜ਼ੀ ਦੇਰ ਹੋ ਚੁੱਕੀ ਹੈ ਪਰ ਸਰਕਾਰ ਵੱਲੋਂ ਕੋਈ ਕਾਨੂੰਨ ਰੱਦ ਕਰਨ ਦੀ ਗੱਲ ਨਹੀਂ ਕੀਤੀ ਜਾ ਰਹੀ। ਧੁੱਪ ਵਾ ਚਾਹੇ ਸਰਦੀ ਹੈ, ਤੁਹਾਡੇ ਵੱਲੋਂ ਸੜਕਾਂ ਦੇ ਉੱਤੇ, ਰੇਲਵੇ ਟਰੈਕਾਂ ਦੇ ਉੱਤੇ ਜਾਮ ਲਾਇਆ ਜਾ ਰਿਹਾ। ਅਸੀਂ ਤੇ ਇਹੋ ਕਹਿੰਦੇ ਆ ਕਿ ਮਹਾਰਾਜ ਇਹ ਤੇ ਰੱਦ ਹੋਣਾ ਚਾਹੀਦਾ ਸਭ ਕੁਝ। ਗਰੀਬਾਂ ਵਾਸਤੇ ਵੀ ਸਹੂਲਤ ਹੋਣੀ ਚਾਹੀਦੀ ਕੋਈ ਨਾ ਕੋਈ। ਹਾਂ, ਕੀ ਰਾਏ ਜੀ ਤੁਹਾਡੀ, ਕੀ ਰਾਏ, ਕੀ ਕਹਿਣਾ ਚਾਹੁੰਦੇ? ਮੇਰਾ ਨਾਮ ਦਲਵੀਰ ਹੈ ਜੀ। ਕੀ ਕਹਿਣਾ ਚਾਹੁੰਦੇ ਜੀ? ਅਸੀਂ ਆਂਦੇ ਆ ਵੀ ਸਰਕਾਰ ਜਿਹੜਾ ਕੰਮ ਕਰਦੀ ਆ ਇਹਨਾਂ ਨੂੰ ਚਾਹੀਦਾ ਨਹੀਂਗਾ। ਇੰਨਾ ਚਿਰ ਹੋ ਗਿਆ ਵਾ ਧਰਨੇ ਮਲਦਿਆਂ ਨੂੰ ਤੇ ਪਰ ਇਹ ਆ ਵੀ ਇਹਨਾਂ ਸਾਡੀ ਇੱਕ ਨਹੀਂ ਮੰਨੀ। ਕਿੱਥੋਂ ਤੱਕ ਅਸੀਂ ਜ਼ਿਆਦਾ ਗਏ ਆ ਤੇ ਸਾਡੀ ਇਹਨਾਂ ਨੇ ਇੱਕ ਨਹੀਂ ਮੰਨੀ ਤੇ ਮੋਦੀ ਸਰਕਾਰ ਨੂੰ ਅਸੀਂ ਇੱਕ ਵਾਰੀ ਇਹਨਾਂ ਨਿਭਾਉਣਾ ਹੀ ਨਿਭਾਉਣਾ। ਹਾਂਜੀ, ਸਹੀ ਗੱਲ ਹੈ ਕਿ ਜਿਸ ਤਰ੍ਹਾਂ ਇਹਨਾਂ ਵੱਲੋਂ ਕਿਹਾ ਜਾ ਰਿਹਾ ਕਿ ਬੀਜੀ ਕੀ ਨਾਂ ਤੁਹਾਡਾ? ਦਲਜੀਤ ਕੌਰ ਵੱਲਾ। ਕੀ ਕਹਿਣਾ ਚਾਹੁੰਦੇ ਜੇ ਅੱਜ ਸੜਕਾਂ ਦੇ ਉੱਤੇ ਬੈਠਿਆਂ ਕਾਫੀ ਦਿਨ ਹੋ ਚੁੱਕੇ ਨੇ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਕਹਿਣਾ ਚਾਹੁੰਦੇ ਆ ਕਿ ਇਹਨਾਂ ਨੇ ਜੋ 3 ਕਾਨੂੰਨ ਜਿਹੜੇ ਗਲਤ ਇਹਨਾਂ ਨੇ ਕੀਤੇ ਨੇ ਤੇ ਉਹਨਾਂ ਨੂੰ ਇਹਨਾਂ ਨੂੰ ਨਾ
ਰੱਦ ਕਰ ਦੇਣਾ ਚਾਹੀਦਾ ਵਾ। ਵੇਖੋ ਬੱਚੇ ਬਜ਼ੁਰਗ ਬੀਬੀਆਂ ਮਾਈਆਂ ਭਾਈ ਸਭ ਸੜਕਾਂ ਉੱਪਰ ਬੈਠੇ ਹੋਏ ਨੇ, ਸੜਕਾਂ ਉੱਪਰ ਬੈਠੇ ਹੋਏ ਨੇ, ਲੈਣ ਉੱਪਰ ਬੈਠੇ ਹੋਏ ਨੇ। 4 ਮਹੀਨੇ ਹੋ ਗਏ ਆ, ਅਜੇ ਤੱਕ ਸਰਕਾਰ ਟਸ ਤੋਂ ਮਸ ਨਹੀਂ ਹੋ ਰਹੀ। ਇਹ ਇਹਨਾਂ ਨੂੰ ਕਾਨੂੰਨ ਵਾਪਸ ਲੈ ਲੈਣੇ ਚਾਹੀਦੇ ਆ। ਬਿਲਕੁਲ ਹਰ ਇੱਕ ਦੀ ਮੰਗ ਸਿਰਫ ਇਹੀ ਕਿ ਕਾਨੂੰਨ ਵਾਪਸ ਲੈ ਲੈਣੇ ਚਾਹੀਦੇ ਆ। ਤੇ ਛੋਟਾ ਬੱਚਾ ਵੀ ਸਾਡੇ ਨਾਲ ਮੌਜੂਦ ਹੈ। ਬੇਟਾ ਕੀ ਨਾਮ ਤੁਹਾਡਾ? ਮੇਰਾ ਨਾਮ ਗੁਰਕਰਨਪ੍ਰੀਤ ਸਿੰਘ ਆ। ਕਿਸ ਕਰਕੇ ਆਏ ਜੀ ਇੱਥੇ? ਅਸੀਂ ਇੱਥੇ ਸਰਕਾਰ ਦੇ 3 ਖੇਤੀ ਕਾਨੂੰਨ ਬਣਾਏ ਕਾਲੇ, ਉਹਨਾਂ ਨੂੰ ਰੱਦ ਕਰਾਉਣ ਵਾਸਤੇ ਆਏ ਆ। ਲੱਗਦਾ ਕਿ ਰੱਦ ਕੀਤੇ ਜਾਣਗੇ ਕਿਉਂਕਿ ਕਾਫੀ ਦੇਰ ਹੋ ਚੁੱਕੀ ਹੈ। ਸੜਕਾਂ ਦੇ ਉੱਤੇ ਬੈਠਿਆਂ ਬੱਚੇ ਵੀ ਬੈਠੇ, ਤੁਹਾਡੇ ਜਿਹੜੇ ਬਜ਼ੁਰਗ ਬੈਠੇ, ਹਰ ਕੋਈ ਬੈਠਾ। ਕਿਉਂ ਨਹੀਂ? ਜਦੋਂ ਅਸੀਂ ਜੇ ਸਰਕਾਰ ਨੇ ਸਾਡੀਆਂ ਮੰਗਾਂ ਨਹੀਂ ਮੰਨੀਆਂ ਤਾਂ ਅਸੀਂ ਆਪਣਾ ਮੋਰਚਾ ਹੋਰ ਤੇਜ਼ ਕਰਾਂਗੇ, ਉੱਥੇ ਟਰਾਲੀਆਂ ਵੱਧ ਤੋਂ ਵੱਧ ਲੈ ਕੇ ਜਾਵਾਂਗੇ। ਬਿਲਕੁਲ ਹੌਸਲੇ ਦੇਖ ਲਓ, ਛੋਟੇ ਛੋਟੇ ਬੱਚਿਆਂ ਦੇ ਹੌਸਲੇ ਦੇਖ ਲਓ, ਹੱਥਾਂ ਵਿੱਚ ਕਿਸਾਨੀ ਦੇ ਝੰਡੇ ਫੜ। ਤਾਂ ਕਿਤੇ ਨਾ ਕਿਤੇ ਇਹ ਦੱਸਿਆ ਜਾ ਰਿਹਾ ਕਿ ਜਦੋਂ ਤੱਕ ਖੇਤੀ ਕਾਨੂੰਨ ਜਿਹੜੇ ਸਰਕਾਰ ਵੱਲੋਂ ਲਾਗੂ ਕਰ ਦਿੱਤੇ ਨੇ ਉਹ ਰੱਦ ਨਹੀਂ ਕੀਤੇ ਜਾਂਦੇ, ਉਹ ਇਸੇ ਤਰੀਕੇ ਦੇ ਨਾਲ ਜਿਹੜੇ ਧਰਨੇ ਪ੍ਰਦਰਸ਼ਨ ਕਰਦੇ ਰਹਾਂਗੇ ਤਾਂ ਇਸੇ ਤਰੀਕੇ ਅਗਲੀ ਰਣਨੀਤੀ ਜਿਹੜੀ ਹੈ ਉਹ ਤੈਅ ਕੀਤੀ ਜਾਏਗੀ। ਤਾਂ ਅੱਗੇ ਕੀ ਕਰਨਾ ਹੈ, ਕਿਸ ਤਰੀਕੇ ਦੇ ਨਾਲ ਪ੍ਰਦਰਸ਼ਨ ਕਰਨੇ ਆ, ਕਿਸ ਤਰੀਕੇ ਦੇ ਨਾਲ ਧਰਨੇ ਲਗਾਉਣੇ ਆ, ਤਾਂ ਹਰ ਇੱਕ ਗੱਲ ਜਿਹੜੀ ਹੈ ਉਹ ਮੀਡੀਆ ਦੇ ਥਰੂ ਲੋਕਾਂ ਦੇ ਨਾਲ ਵੀ ਸਾਂਝੀ ਕੀਤੀ ਜਾਏਗੀ। ਪਲ ਪਲ ਦੀ ਅਪਡੇਟ ਜਿਹੜੀ ਹੈ ਅਸੀਂ ਆਪਣੇ ਦਰਸ਼ਕਾਂ ਦੇ ਨਾਲ ਵੀ ਸਾਂਝੀ ਕਰਦੇ ਰਹਾਂਗੇ। ਫਿਲਹਾਲ ਇਸ ਵਕਤ ਦੇਖ ਸਕਦੇ ਜੀ ਕਿ ਕਿੰਨੀ ਵੱਡੀ ਗਿਣਤੀ ਦੇ ਵਿੱਚ ਲੋਕ ਇੱਥੇ ਮੌਜੂਦ ਨੇ, ਜਿਹੜੇ ਕਿਸਾਨ ਆਗੂ ਨੇ। ਤਾਂ ਹਜੇ ਸਿਰਫ ਦਿਨ ਚੜ੍ਹਿਆ ਤਾਂ ਹੋਰ ਵੀ ਟਰਾਲੀਆਂ ਜਿਹੜੀਆਂ ਨੇ ਪਿੰਡਾਂ ਚੋਂ ਭਰਦੀਆਂ ਹੋਈਆਂ ਇਸ ਜਗ੍ਹਾ ਦੇ ਉੱਤੇ ਪਹੁੰਚ ਰਹੀਆਂ ਨੇ। ਤਾਂ ਪੁਲਿਸ ਦੇ ਪੁਖਤਾ ਇੰਤਜ਼ਾਮ ਨੇ, ਚਾਰੋਂ ਪਾਸੇ ਪੁਲਿਸ ਦੇ ਪੁਖਤਾ ਇੰਤਜ਼ਾਮ ਰੱਖੇ ਗਏ ਨੇ। ਤਾਂ ਹੋਰ ਵੀ ਕਿਸਾਨ ਆਗੂ ਮੌਜੂਦ ਨੇ। ਕੀ ਕਹਿਣਾ ਚਾਹੁੰਦੇ ਜੇ? ਖੇਤੀ ਕਾਨੂੰਨਾਂ ਨੂੰ ਲੈ ਕੇ ਬਹੁਤ ਦਿਨ ਹੋ ਚੁੱਕੇ ਨੇ, ਸੜਕਾਂ ਦੇ ਉੱਤੇ ਬੈਠੀਆਂ, ਦਿੱਲੀ ਬਾਰਡਰਾਂ ਦੇ ਉੱਤੇ ਬੈਠੀਆਂ, ਰੇਲਵੇ ਟਰੈਕਾਂ ਦੇ ਉੱਤੇ ਬੈਠੀਆਂ, ਪਰ ਸਰਕਾਰ ਸ਼ਾਂਤ ਆ। ਸਰਕਾਰ ਵੱਲੋਂ ਕੋਈ ਵੀ ਹੀਲਾ ਨਹੀਂ ਕੀਤਾ ਜਾਂਦਾ ਜਿਹਦੇ ਨਾਲ ਇਹ ਕਾਨੂੰਨ ਜਿਹੜੇ ਰੱਦ ਕੀਤੇ ਜਾਣ ਜਾਂ ਫਿਰ ਇਹਦਾ ਮਸਲੇ ਦਾ ਕੋਈ ਹੱਲ ਹੋਵੇ। ਵੇਖੋ ਜੀ, ਸਰਕਾਰ ਹਾਰੀ ਹੋਈ ਆ ਤੇ ਸਰਕਾਰ ਨੂੰ ਮੰਨਣਾ ਹੀ ਪੈਣਾ। ਜਿੰਨਾ ਚਿਰ ਮਰਜ਼ੀ ਲੰਮਾ ਕਰ ਲੇ, ਅਸੀਂ ਜਿੰਨਾ ਚਿਰ ਕਾਨੂੰਨ ਰੱਦ ਨਾ ਹੋਏ ਬਿਲਕੁਲ ਅਸੀਂ ਦਿੱਲੀ ਤੋਂ ਆਉਣ ਵਾਲੇ ਨਹੀਂ ਆ। ਤੇ ਲਗਾਤਾਰ ਹੀ ਸਾਡਾ ਜਿਹੜਾ ਅੰਦੋਲਨ ਆ ਪੂਰੇ ਭਾਰਤ ਦਾ ਅੰਦੋਲਨ ਪਾ ਰਿਹਾ, ਪੂਰੇ ਵਿਸ਼ਵ ਦਾ ਅੰਦੋਲਨ ਪਾ ਰਿਹਾ। ਸਰਕਾਰ ਹਾਰੀ ਹੋਈ ਆ, ਸਰਕਾਰ ਹਾਰੂਗੀ। ਲੋਕ ਜਿੱਤ ਕੇ ਹਮੇਸ਼ਾ ਹੀ ਸਰਕਾਰ ਲੋਕ ਚਾਹੁੰਦੇ ਆ, ਸਰਕਾਰਾਂ ਹਾਰਦੀਆਂ ਹੁੰਦੀਆਂ, ਲੋਕ ਜਿੱਤ ਦਿੰਦੇ ਆ ਜੀ। ਪਰ ਕਾਰਨ ਕੀ ਮੰਨਦੇ ਆ? ਬਹੁਤ ਦਿਨ ਹੋ ਚੁੱਕੇ ਆ, ਸ਼ਹਾਦਤਾਂ ਵੀ ਬਹੁਤ ਹੋ ਚੁੱਕੀਆਂ ਨੇ, ਪਰ ਸਰਕਾਰ ਕਹਿ ਰਹੀ ਹੈ ਕਿ ਜਿਹੜੇ ਸੜਕਾਂ ਦੇ ਉੱਤੇ ਬੈਠੇ ਆ, ਜਿਹੜੇ ਰੇਲਵੇ ਟਰੈਕਾਂ ਦੇ ਉੱਤੇ ਬੈਠੇ ਨੇ ਉਹ ਵਿਰੋਧੀ ਧਿਰਾਂ ਨੇ, ਉਹ ਕਿਸਾਨ ਹੀ ਨਹੀਂ ਹੈ। ਸਰਕਾਰ ਇਹ ਕਹਿ ਰਹੀ ਹੈ। ਵੇਖੋ ਜੀ, ਸਰਕਾਰ ਬਖਲਾੜ ਦੇ ਵਿੱਚ ਆ ਰਹੀ ਆ, ਬਿਲਕੁਲ ਸਰਕਾਰ ਹਾਸੋ ਹੀ ਨਹੀਂ ਗੱਲਾਂ ਕਰ ਰਹੇ ਆ ਗਈ ਇਲੈਕਸ਼ਨ, ਲੋਕ ਦੱਸ ਦੇਣਗੇ ਵੀ ਬਖਲਾੜ ਦੇ ਵਿੱਚ ਆਏ ਆ ਕਿ ਕਿਸਾਨ ਆ। ਜੇ ਇਹ ਕਿਸਾਨ ਨਹੀਂ ਆ ਤੇ ਫਿਰ ਇਹ ਬਾਰਡਰਾਂ ਤੇ ਕੌਣ ਬੈਠੇ ਆ? ਇਹ ਕਰਕੇ ਸਰਕਾਰ ਡਰੀ ਹੋਈ ਆ, ਸਰਕਾਰ ਬਖਲਾੜ ਦੇ ਵਿੱਚ ਆ, ਸਰਕਾਰ ਹਾਸੋ ਹੀ ਨਹੀਂ ਬਿਆਨ ਕਰ ਰਹੀ ਆ। ਆ ਜਿਹੜੀ ਇਲੈਕਸ਼ਨ ਲੋਕਾਂ ਨੇ ਆਪੇ ਦੱਸ ਦੇਣਾ ਵੀ ਇਹ ਲੋਕ ਕੌਣ ਆ, ਕਿਸਾਨ ਆ ਕਿ ਆਪਣਾ ਬਖਲਾੜ ਦੇ ਵਿੱਚ ਆਏ ਹੋਏ। ਬਿਲਕੁਲ ਹੋਰ ਵੀ ਬਜ਼ੁਰਗ ਦੇਖ ਸਕਦੇ ਜੀ ਕਿ ਬਜ਼ੁਰਗ ਇੱਥੇ ਬੈਠੇ ਹੋਏ ਨੇ। ਬਾਪਾ ਜੀ ਕਿੰਨੀ ਉਮਰ ਤੁਹਾਡੀ? ਮੇਰੀ ਉਮਰ 60-65 ਸਾਲਾਂ ਦੀ ਉਮਰ ਹੈ। ਤਾਂ ਬੜੀਆਂ ਆਂਡੀਆਂ ਨੇ ਕਿਸਾਨਾਂ ਵਾਸਤੇ, ਬੜੀਆਂ ਮੁਸ਼ਕਲਾਂ ਆ ਰਹੀਆਂ ਨੇ। ਪਹਿਲਾਂ ਦਿਨ ਦੇਖੇ ਸੀ ਇਸ ਤਰ੍ਹਾਂ ਦੇ ਕਦੀ? ਹੁਣ ਹੀ ਹੋਣ ਲੱਗਾ, ਜੋ ਹੋਣ ਲੱਗਾ ਹੁਣ ਹੀ ਹੋਣ ਲੱਗਾ। ਹੁਣ ਸਸਤੀ ਚੀਜ਼ ਕੋਈ ਨਹੀਂ ਦਿੰਦੇ। ਹੁਣ ਗਰੀਬ ਦੇ ਗਰੀਬ ਵੀ ਉਹ ਵੀ ਵੇਲਾ ਹੁਣ ਇਦਾਂ ਹੀ ਖਾਂਦੇ ਆ। ਹੈਂ ਚਾਹੁੰਦੇ ਕੀ ਅਸੀਂ? ਹੈਂ ਕੀ ਚਾਹੁੰਦੇ ਅਸੀਂ? ਹੁਣ ਖੰਡ ਆ ਕੇ 30-35 ਰੁਪਏ ਕਾਂਡੀ ਤੇ ਹੁਣ ਕਿਤੇ 40-45 ਰੁਪਏ ਵੀ ਖੰਡ ਹੋ ਗਈ। ਯਾਨੀ ਕਿ ਕਹਿਣ ਦਾ ਮਤਲਬ ਕਿ ਸਰਕਾਰ ਵੱਲੋਂ ਤਾਨਾਸ਼ਾਹੀ ਰਵੱਈਆ ਅਪਣਾਇਆ ਜਾ ਰਿਹਾ ਕਿ ਸਰਕਾਰ ਵੱਲੋਂ ਸਿਰਫ ਤੇ ਸਿਰਫ ਇਹ ਹਰ ਚੀਜ਼ ਜਿਹੜੀ ਆ ਕਿਤੇ ਨਾ ਕਿਤੇ ਮੜੀ ਜਾ ਰਹੀ ਆ, ਲੋਕਾਂ ਦੇ ਉੱਤੇ ਮੜੀ ਜਾ ਰਹੀ ਆ। ਤਾਂ ਲੋਕ ਹੁਣ ਚਾਹੁੰਦੇ ਨੇ ਕਿ ਅਸੀਂ ਆਪਣੇ ਤਰੀਕੇ ਦੇ ਨਾਲ ਵੀ ਸਰਕਾਰ ਨੂੰ ਕਹੀਏ ਕਿ ਇਸ ਤਰੀਕੇ ਦੇ ਨਾਲ ਸਾਡਾ ਜਿਹੜਾ ਪੰਜਾਬ ਹੈ, ਸਾਡਾ ਜਿਹੜਾ ਦੇਸ਼ ਆ ਉਹ ਚੱਲਣਾ ਚਾਹੀਦਾ। ਤੇ ਸਰਕਾਰ ਦਾ ਵੀ ਇਹ ਹੱਕ ਬਣਦਾ ਹੈ ਕਿ ਜੇਕਰ ਕੋਈ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਕਿਸੇ ਨੂੰ, ਸਾਡੀ ਜਿਹੜੀ ਜਨਤਾ ਵਾ, ਜਿਹਨੂੰ ਕੁਰਸੀ ਉੱਤੇ ਜਿਹੜੀ ਜਨਤਾ ਨੇ ਭਾਇਆ, ਜਿਹਨੇ ਰਾਜਾ ਚੁਣਿਆ, ਤਾਂ ਉਹ ਰਾਜੇ ਦਾ ਫਰਜ਼ ਬਣਦਾ ਕਿ ਜਿਹੜੀ ਜਨਤਾ ਦੀ ਤਕਲੀਫਾਂ ਨੇ ਉਹਨੂੰ ਜਲਦ ਤੋਂ ਜਲਦ ਦੂਰ ਕੀਤਾ ਜਾਵੇ। ਜੇਕਰ ਜਨਤਾ ਦੁਖੀ ਹੈ ਤਾਂ ਫਿਰ ਕੀ ਫਾਇਦਾ ਇਸ ਤਰ੍ਹਾਂ ਦੀਆਂ ਸਰਕਾਰਾਂ ਦਾ। ਤਾਂ ਇਸ ਤਰੀਕੇ ਦੇ ਹਾਲਾਤ ਜਿਹੜੇ ਨੇ ਉਹ ਇੱਥੇ ਬਣੇ ਹੋਏ ਨਜ਼ਰ ਆ ਰਹੇ ਨੇ। ਤਾਂ ਅੰਮ੍ਰਿਤਸਰ ਦੀ ਇਹ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਹੇ, ਤਾਂ ਅੰਮ੍ਰਿਤਸਰ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚ ਇਸ ਤਰ੍ਹਾਂ ਦੀਆਂ ਤਸਵੀਰਾਂ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਸ਼ੁਕਰੀਆ ਸੁਖਚੈਨ ਇਸ ਪੂਰੀ ਜਾਣਕਾਰੀ ਦੇ ਲਈ। ਤੁਸੀਂ ਪਲ ਪਲ ਦੀ ਅਪਡੇਟ ਇੱਥੇ ਬਣਾਈ ਰੱਖੋ, ਅਸੀਂ ਤੁਹਾਡੇ ਤੋਂ ਜਾਣਕਾਰੀ ਲੈਂਦੇ ਰਵਾਂਗੇ। ਸੋ ਤੁਹਾਨੂੰ ਦੱਸ ਦਈਏ ਕਿ ਅੰਮ੍ਰਿਤਸਰ ਦੇ ਵਿੱਚ ਕਿਸਾਨਾਂ ਦੇ ਵੱਲੋਂ ਰੇਲਵੇ ਟਰੈਕ ਜਾਮ ਕੀਤੇ ਗਏ ਨੇ, ਉਹਨਾਂ ਤੇ ਧਰਨਾ ਲਗਾਇਆ ਗਿਆ ਤੇ ਲਗਾਤਾਰ ਕਿਸਾਨਾਂ ਦੀ ਇੱਕੋ ਇੱਕ ਮੰਗ ਹੈ ਪਿਛਲੇ 4 ਮਹੀਨਿਆਂ ਤੋਂ ਕਿ ਜੋ ਖੇਤੀ ਕਾਨੂੰਨ ਕੇਂਦਰ ਸਰਕਾਰ ਲੈ ਕੇ ਆਈ ਹੈ ਉਸ ਨੂੰ ਜਲਦ ਤੋਂ ਜਲਦ ਰੱਦ ਕੀਤਾ ਜਾਵੇ ਤੇ ਉਹਨਾਂ ਨੂੰ ਰਾਹਤ ਦਿੱਤੀ ਜਾਵੇ।
ਇਸੇ ਮੰਗ ਨੂੰ ਲੈ ਕੇ ਕਿਸਾਨਾਂ ਦੇ ਵੱਲੋਂ ਵੱਖ-ਵੱਖ ਤਰੀਕਿਆਂ ਦੇ ਨਾਲ ਆਪਣਾ ਰੋਸ ਪ੍ਰਗਟਾਇਆ ਜਾ ਰਿਹਾ, ਪਰ ਜੋ ਸਰਕਾਰ ਹੈ, ਕੇਂਦਰ ਸਰਕਾਰ ਹੈ, ਉਹ ਟਸ ਤੋਂ ਮਸ ਹੁੰਦੀ ਹੋਈ ਨਜ਼ਰ ਨਹੀਂ ਆ ਰਹੀ। ਤੇ ਉਧਰ ਖੰਨਾ ਤੋਂ ਸਾਡੇ ਸਹਿਯੋਗੀ ਪੱਤਰਕਾਰ ਲਖਵਿੰਦਰ ਲੱਕੀ ਦੇ ਵੱਲੋਂ ਵੀ ਸਥਿਤੀ ਦਾ ਜਾਇਜ਼ਾ ਲਿਆ ਗਿਆ ਹੈ। ਖੰਨਾ ਸ਼ਹਿਰ ਦਾ ਕੀ ਹਾਲ ਹੈ, ਆਓ ਦੇਖਦੇ ਹਾਂ। ਖੇਤੀ ਵਿਰੁੱਧ ਕਾਲੇ ਕਾਨੂੰਨਾਂ ਦੇ ਖਿਲਾਫ ਕਿਸਾਨਾਂ ਦਾ ਸੰਘਰਸ਼ ਲਗਾਤਾਰ ਜਾਰੀ ਹੈ। ਕਿਸਾਨਾਂ ਵੱਲੋਂ ਅੱਜ 26 ਮਾਰਚ ਨੂੰ ਭਾਰਤ ਬੰਦ ਦੀ ਕਾਲ ਦਿੱਤੀ ਗਈ ਸੀ, ਜਿਸ ਦੇ ਤਹਿਤ ਪੂਰੇ ਭਾਰਤ ਨੂੰ ਜਿਹੜਾ ਹੈਗਾ ਬੰਦ ਰੱਖਿਆ ਗਿਆ। ਬਾਜ਼ਾਰ, ਰੇਲ ਆਵਾਜਾਈ, ਜੀਟੀ ਰੋਡ ਤੇ ਜੇ ਗੱਲ ਕਰੀਏ ਉਹ ਵੀ ਬੰਦ ਕੀਤੇ ਗਏ ਨੇ। ਇਸ ਸਮੇਂ ਅਸੀਂ ਖੜੇ ਹਾਂ ਖੰਨਾ ਦੇ ਰੇਲਵੇ ਸਟੇਸ਼ਨ ਦੇ, ਜਿੱਥੇ ਉਧਮਪੁਰ ਐਕਸਪ੍ਰੈਸ ਜਿਹੜੀ ਹੈਗੀ ਹੈ ਟ੍ਰੇਨ ਕਿਸਾਨਾਂ ਵੱਲੋਂ ਰੋਕੀ ਗਈ ਹੈ, ਜਿਹਦੇ ਵਿੱਚ ਹਜ਼ਾਰਾਂ ਦੀ ਤਾਦਾਦ ਜਿਹੜੇ ਯਾਤਰੀ ਸਫ਼ਰ ਕਰ ਰਹੇ ਸੀਗੇ ਉਹ ਇਸ ਸਮੇਂ ਟ੍ਰੇਨ ਦੇ ਵਿੱਚ ਮੌਜੂਦ ਸੀ। ਉਹਨਾਂ ਨੂੰ ਜਿਹੜਾ ਹੈਗਾ ਟ੍ਰੇਨ ਰੁਕਣ ਕਾਰਨ ਜਿਹੜਾ ਹੈਗਾ ਨੀਚੇ ਆਣਾ ਪੈ ਗਿਆ। ਔਰ ਜਿਹੜਾ ਹੈਗਾ ਇਹ ਬੰਦ ਦੀ ਕਾਲ ਹੈਗੀ ਆ ਅੱਜ ਸਵੇਰੇ 6 ਤੋਂ ਲੈ ਕੇ ਸ਼ਾਮ ਦੇ 6 ਵਜੇ ਤੱਕ ਜਾਰੀ ਹੈ। ਔਰ ਸਾਡੇ ਨਾਲ ਗੱਲਬਾਤ ਕਰ ਲਈ ਇਸ ਸਮੇਂ ਕਿਸਾਨ ਜਿਹੜੇ ਹੈਗੇ ਨੇ ਕੁਝ ਉਹ ਮੌਜੂਦ ਨੇ। ਸੁਖਵੰਤ ਸਿੰਘ ਜੀ ਢਿੱਲੋਂ, ਉਹਨਾਂ ਨਾਲ ਗੱਲਬਾਤ ਕਰਦੇ ਹਾਂ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਸੁਖਵੰਤ ਸਿੰਘ ਢਿੱਲੋਂ, ਹਲਕਾ ਇੰਚਾਰਜ ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੈਟਿਕ। ਅਸੀਂ ਕਿਸਾਨ ਯੂਨੀਅਨ ਦੇ ਝੰਡੇ ਦੇ ਥੱਲੇ ਅੱਜ ਜਿਹੜੀ ਕਾਲ ਆ, ਸਾਡੇ ਪ੍ਰਧਾਨ ਜੀ ਦਾ ਉਧਰੋਂ ਮੈਸੇਜ ਆ ਵੀ ਤੁਸੀਂ ਕਿਸਾਨਾਂ ਦਾ ਸਹਿਯੋਗ ਦੇਣਾ, ਤੇ ਜਿਹੜੀ ਆਵਾਜਾਈ ਆ ਉਹ ਵੀ ਠੱਪਾ ਪੂਰਾ ਖੰਨੇ ਸ਼ਹਿਰ ਨੇ। ਮੈਂ ਖੰਨੇ ਸ਼ਹਿਰ ਨਿਵਾਸੀਆਂ ਦਾ ਧੰਨਵਾਦੀ ਆ ਜਿਨ੍ਹਾਂ ਨੇ ਆਪ ਹੀ ਸਾਰਾ ਕੁਝ ਬੰਦ ਕੀਤਾ ਤੇ ਆਪ ਹੀ ਸਾਰਾ ਸਹਿਯੋਗ ਦੇ ਰਹੇ ਨੇ। ਇਹ ਟ੍ਰੇਨ ਲੁਧਿਆਣੇ ਤੋਂ ਚੱਲੀ ਹੋਈ ਸੀ, ਸਰਕਾਰ ਕਰਨੀ ਉਹਦੇ ਕੋਲ ਕੋਈ ਮੈਸੇਜ ਨਹੀਂ ਸੀਗਾ, ਪਰ 6 ਵਜੇ ਇੱਥੇ ਜਦੋਂ ਆਈ ਤਾਂ ਅਸੀਂ ਡਰਾਈਵਰ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਡਰਾਈਵਰ ਨੇ ਜਿਹੜੀ ਆ ਇਹ ਗੱਡੀ ਰੋਕ ਲਈ। ਸੋ ਇਸ ਕਰਕੇ ਜਿੰਨੇ ਇੱਥੇ ਮੁਸਾਫਰ ਨੇ, ਅਸੀਂ ਇਹਨਾਂ ਨੂੰ ਵੀ ਹਰਾਸਮੈਂਟ ਹੋ ਰਹੀ ਆ ਬਹੁਤ ਜ਼ਿਆਦਾ। ਕਿਸੇ ਨੇ ਕੋਈ ਕੰਮ ਕਰਨਾ, ਕਿਸੇ ਨੇ ਕੋਈ ਕੰਮ ਕਰਨਾ। ਇਹਨਾਂ ਦੇ ਬੱਚੇ ਆ, ਨਾਲ ਲੇਡੀਜ਼ ਆ। ਅਸੀਂ ਇਹਨਾਂ ਨੂੰ ਰਿਕੁਐਸਟ ਕੀਤੀ ਆ ਵੀ ਤੁਸੀਂ 6 ਵਜੇ ਤੱਕ ਸਾਡਾ ਸਾਥ ਦਿਓ। ਅਸੀਂ ਇਹਨਾਂ ਨੂੰ ਖਾਣ ਪਾਣ ਦਾ ਜਿਹੜਾ ਕਿ ਕੋਈ ਮੈਡੀਕਲ, ਕੋਈ ਕਿਸੇ ਕਿਸਮ ਦੀ ਸਹੂਲਤ ਆ ਉਹ ਅਸੀਂ ਪ੍ਰੋਵਾਈਡ ਕਰਾਂਗੇ। ਹੁਣੇ ਇਹਨਾਂ ਲਈ ਖਾਣਾ ਅਸੀਂ ਤਿਆਰ ਕਰਵਾਇਆ ਤੇ ਖਾਣਾ ਆ ਰਿਹਾ, ਸਾਰਿਆਂ ਨੂੰ ਖਾਣਾ ਛਕਾਵਾਂਗੇ ਪਿਆਰ ਨਾਲ। ਇਹ ਅੱਜ ਸਾਡੇ ਮਹਿਮਾਨ ਨੇ, ਅਸੀਂ ਅੱਜ ਇਹਨਾਂ ਨੂੰ ਮਹਿਮਾਨਾਂ ਦੇ ਤੌਰ ਤੇ ਟਰੀਟ ਕਰਾਂਗੇ। ਬਾਕੀ ਜੋ ਮੋਦੀ ਸਰਕਾਰ ਕਰ ਰਹੀ ਆ, ਉਹ ਸਾਡਾ ਜੇ ਗਲ ਘੁੱਟਿਆ ਗਿਆ ਤਾਂ ਇੱਕ ਮਜ਼ਦੂਰ ਦਾ ਵੀ ਘੁੱਟਿਆ ਜਾਣਾ। ਸੋ ਇਸ ਕਰਕੇ ਅਸੀਂ ਕਿਸਾਨ ਤੇ ਮਜ਼ਦੂਰ ਏਕਤਾ ਜਿੰਦਾਬਾਦ ਦਾ ਨਾਰਾ ਜਿਹੜਾ ਹੈਗਾ ਉਹ ਰੱਖਾਂਗੇ। ਇਸ ਕਰਕੇ ਸਾਰੇ ਸਾਡਾ ਸਹਿਯੋਗ ਦੇ ਰਹੇ ਨੇ। ਇਹ ਕਹਿੰਦੇ ਕੋਈ ਬਾਤ नहीं, अगर आज अगर हमको 5-6 महीने की घंटे की हरासमेंट होगी तो हम आपके साथ जलेंगे। सो इस करके मैं इन्हों का भी हत्थ बन के धन्नवाद करदा। इन्ना कुछ कहंदा खिमत जाचका। वाहिगुरू जी का खालसा, वाहिगुरू जी की फतेह। ਲਖਵਿੰਦਰ, ਇਸ ਤੋਂ ਬਾਅਦ ਸਾਡੇ ਨਾਲ ਹੋਰ ਜਿਹੜੇ ਹੈਗੇ ਨੇ ਕਿਸਾਨ ਆਗੂ ਉਹ ਵੀ ਮੌਜੂਦ ਨੇ ਟ੍ਰੇਨ ਦੇ ਉੱਪਰ। ਤੁਸੀਂ ਦੇਖੋ ਜਿਹੜੇ ਚੜੇ ਹੋਏ ਨੇ ਅਵਤਾਰ ਸਿੰਘ ਜੀ ਢਿੱਲੋਂ, ਜਿਹੜੇ ਲਗਾਤਾਰ ਇਸ ਸੰਘਰਸ਼ ਵਿੱਚ ਆਪਣਾ ਸ਼ਮੂਲੀਅਤ ਕਰਦੇ ਰਹੇ ਨੇ। ਟ੍ਰੇਨ ਦੇ ਇੰਜਣ ਦੇ ਅੱਗੇ ਬੈਠੇ ਨੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਅਵਤਾਰ ਸਿੰਘ ਜੀ, ਟ੍ਰੇਨ ਰੋਕੀ ਗਈ ਉਧਮਪੁਰ ਐਕਸਪ੍ਰੈਸ, ਹਜ਼ਾਰਾਂ ਦੀ ਤਾਦਾਦ ਵਿੱਚ ਜਿਹੜੇ ਸਫ਼ਰ ਕਰ ਰਹੇ ਨੇ, ਉਹਨਾਂ ਨੂੰ ਪਰੇਸ਼ਾਨੀ ਨਹੀਂ ਹੋਊਗੀ ਮੁਸਾਫਰਾਂ ਨੂੰ? ਇਹ ਪਰੇਸ਼ਾਨੀ ਦਾ ਜਿਹੜਾ ਜ਼ਿੰਮੇਵਾਰ ਆ ਉਹ ਸਰਕਾਰ ਆ। ਅਸੀਂ 20 ਦਿਨ ਪਹਿਲਾਂ ਇਹ ਕਾਲ ਆ ਜਿਹੜੀ ਦੇ ਚੁੱਕੇ ਸੀਗੇ, ਉਹ ਟੀਵੀ ਚੈਨਲਾਂ ਤੇ ਉਹ ਗੋਦੀ ਮੀਡੀਆ ਨੇ ਤਾਂ ਦਿਖਾਉਣੀ ਨਹੀਂ। ਦੇਖੋ, ਇਹ ਤਾਂ ਤੁਸੀਂ ਮੰਨਦੇ ਹੋ, ਇਹ ਤੁਹਾਡੇ ਵਰਗੇ ਵੀਰ ਭਾਈ ਜਿਹੜੇ ਸਾਡੇ ਸਹਿਯੋਗ ਦਿੰਦੇ ਨੇ, ਇਸ ਸਮਰਥਨ ਕਰਦੇ ਨੇ ਸਾਡੇ ਇਸ ਜਿਹੜੇ ਅੰਦੋਲਨ ਦਾ, ਤੁਸੀਂ ਦਿਖਾ ਦਿੰਦੇ ਹੋ। ਉਹ ਸਾਡੇ ਲੋਕਲਾਂ ਤੱਕ ਪਹੁੰਚਦੀ ਆ। ਜਿਹੜੇ ਨੈਸ਼ਨਲ ਮੀਡੀਆ ਉਹ ਤਾਂ ਕਿਸਾਨ ਵਿਰੋਧੀ ਹੋਇਆ, ਜਿੱਦਾਂ ਮੋਦੀ ਕਿਸਾਨ ਵਿਰੋਧੀ ਆ, ਇਹ ਨੈਸ਼ਨਲ ਮੀਡੀਆ ਇਹ ਵੀ ਕਿਸਾਨ ਵਿਰੋਧੀ ਹੋਇਆ। ਇਹਨਾਂ ਨੇ ਤਾਂ ਸਾਡੀ ਖਬਰ ਲਾਉਣੀ ਹੈ ਨਹੀਂ। ਇਹ ਉਹਦਾ ਜਿਹੜਾ ਸਾਰਾ ਤੁਸੀਂ ਕਹਿ ਲਓ ਵੀ ਇਹ ਸੰਤਾਪ ਭੋਗ ਰਹੇ ਨੇ ਵਿਚਾਰੇ। ਇਹ ਜਿਹੜੀ ਸਾਰੀ ਉਹਨਾਂ ਦੀ ਜ਼ਿੰਮੇਵਾਰੀ ਆ। ਜਿਹੜਾ ਨੈਸ਼ਨਲ ਮੀਡੀਆ ਨੇ ਖਬਰ ਨਹੀਂ ਚਲਾਈ। ਅਸੀਂ 20 ਦਿਨ ਪਹਿਲਾਂ ਇਹ ਕਾਲ ਦਿੱਤੀ ਸੀ ਕਿ 26 ਤਰੀਕ ਨੂੰ ਸੰਪੂਰਨ ਤੌਰ ਤੇ ਭਾਰਤ ਬੰਦ ਕੀਤਾ ਜਾਊਗਾ। ਦੁਕਾਨਾਂ, ਕਾਰੋਬਾਰ, ਸਾਰੀ ਬਾਜ਼ਾਰੀ ਤੇ ਸਬਜ਼ੀਆਂ, ਜੋ ਵੀ A to Z ਜੋ ਬਾਜ਼ਾਰੀ ਆ, ਉਹ ਸਾਰੀ ਬੰਦ ਕੀਤੀ ਜਾਊਗੀ। ਇਹ ਸਾਡੀ 26 ਤਰੀਕ ਦੀ ਕਾਲ 20 ਦਿਨ ਦੀ ਪਹਿਲਾਂ ਦਿੱਤੀ ਹੋਈ ਆ। ਸੋ ਅਸੀਂ ਮਾਫੀ ਵੀ ਚਾਹੁੰਦੇ ਆ ਸਾਡੇ ਵੀਰਾਂ ਤੋਂ। ਇਹਨਾਂ ਨੇ ਚਲੋ, ਅਸੀਂ ਇਹਨਾਂ ਨੂੰ ਸਵੇਰੇ 5 ਵਜੇ ਰੋਕਿਆ, 6 ਵਜੇ ਇਹ ਸਾਡੇ ਨਾਲ ਨੇ। ਜਦੋਂ ਦੀ ਇਹਨਾਂ ਨੇ ਚਲੋ ਇੱਕ ਜਿਹੜਾ ਕਿਸੇ ਨੇ ਵੀ ਵਿਰੋਧ ਨਹੀਂ ਕੀਤਾ। ਇਹ ਕਹਿੰਦੇ ਅਸੀਂ ਤੁਹਾਡੇ ਨਾਲ ਆ, ਕਿਸਾਨਾਂ ਦੇ ਨਾਲ ਆ, ਮਜ਼ਦੂਰਾਂ ਦੇ ਨਾਲ ਆ। ਇਹ ਆਪ ਮਜ਼ਦੂਰ ਨੇ, ਇੱਥੇ ਕੰਮ ਕਰਦੇ ਨੇ ਪ੍ਰਵਾਸੀ। ਇਹ ਛੱਤੀਸਗੜ੍ਹ ਦੀ ਜ਼ਿਆਦਾਤਰ ਜਿਹੜੇ ਲੋਕ ਨੇ, ਟ੍ਰੇਨ ਆ ਜਿਹੜੀ ਛੱਤੀਸਗੜ੍ਹ ਦੀ, ਤੇ ਉਹ ਸਾਰੇ ਲੋਕ ਸਾਡਾ ਸਹਿਯੋਗ ਦੇ ਰਹੇ ਨੇ। ਉਹ ਤੁਸੀਂ ਦੇਖਿਆ ਵੀ ਇਹ ਨਾਅਰੇ ਲਾ ਰਹੇ ਨੇ, ਮੋਦੀ ਤੋਂ ਸਾਰੇ ਦੁਖੀ ਨੇ। ਸੋ ਇਹਨਾਂ ਤੋਂ ਮਾਫੀ ਵੀ ਚਾਹੁੰਦੇ ਆ। ਇਹਨਾਂ ਨੂੰ ਪਰੇਸ਼ਾਨੀ ਝੇਲਣੀ ਪਈ ਜਿਹੜੀ, ਪਰ ਉਹਦਾ ਜ਼ਿੰਮੇਵਾਰ ਸਰਕਾਰ ਆ। ਸੋ ਇਹਨਾਂ ਦੀ ਖਾਣ ਪੀਣ ਦਾ
ਇਹਨਾਂ ਦਾ ਸਾਰਾ ਜਿਹੜਾ ਦਵਾਈ ਦਾ ਬੰਦੋਬਸਤ ਅਸੀਂ ਇੱਥੇ ਜੇ ਇਹਨਾਂ ਨੂੰ ਕੋਈ ਜ਼ਰੂਰਤ ਪੈਂਦੀ ਹੈ ਐਮਰਜੈਂਸੀ, ਉਹ ਸਾਰਾ ਪ੍ਰਬੰਧ ਸਾਡੇ ਵੱਲੋਂ ਕੀਤਾ ਗਿਆ। ਸੋ ਜੇ ਇਹਨਾਂ ਤੋਂ ਬਾਕੀ ਜਿਹੜੀ ਆ ਉਹ ਖਿਮਾ ਚਾਹੁੰਦੇ ਅਸੀਂ। ਜਿੱਦਾਂ ਕਿ ਟ੍ਰੇਨ ਵਿੱਚ ਬੱਚੇ ਵੀ ਨੇ, ਔਰਤਾਂ ਵੀ ਨੇ ਔਰ ਕੋਈ ਬਜ਼ੁਰਗ ਵੀ ਹੈਗੇ ਨੇ, ਉਹਨਾਂ ਨੂੰ ਕਾਫੀ ਹੋ ਸਕਦਾ ਪਰੇਸ਼ਾਨੀ, ਇੰਨੇ ਘੰਟੇ ਲਗਾਤਾਰ ਇੱਕ ਥਾਂ ਤੇ ਜਿਹੜਾ ਬਹਿਣਾ ਕਾਫੀ ਮੁਸ਼ਕਲ ਹੋ ਸਕਦਾ। ਔਰ ਟ੍ਰੇਨ ਤੁਸੀਂ ਕਹਿ ਰਹੇ ਵੀ ਸਵੇਰੇ ਤਕਰੀਬਨ 6 ਵਜੇ ਦੇ ਆਸ-ਪਾਸ ਰੁਕੀ ਹੈ, ਕਿ ਸ਼ਾਮ ਦੇ 6 ਵਜੇ ਤੱਕ ਇਹ ਟ੍ਰੇਨ ਇੱਥੇ ਖੜੀ ਰਹੂਗੀ? ਜੀ ਬਿਲਕੁਲ, ਸ਼ਾਮ ਦੇ 6 ਵਜੇ ਤੱਕ ਬਾਈ ਜੀ, ਸਵੇਰੇ 6 ਤੋਂ ਸ਼ਾਮ ਦੇ 6, ਇਹ ਤਾਂ ਘੰਟੇ ਹੀ 12 ਹੋਏ ਨੇ ਬਾਈ ਜੀ। ਸਾਡੇ ਜਿਹੜੇ 180 ਦਿਨ ਤੋਂ ਵੀ ਟੱਪ ਗਏ, ਅਸੀਂ ਧਰਨੇ ਲਾਏ 6-6 ਮਹੀਨੇ ਹੋ ਗਏ ਪੰਜਾਬ 'ਚ ਸਾਨੂੰ ਬੈਠਿਆਂ ਨੂੰ, ਤੇ 4 ਮਹੀਨੇ ਪੂਰਾ 4 ਮਹੀਨੇ ਦਾ ਟਾਈਮ ਆ ਜਿਹੜਾ ਉਹ ਦਿੱਲੀ ਬੈਠਿਆਂ ਨੂੰ ਹੋ ਗਿਆ। ਸਾਡੇ ਬੱਚੇ ਵੀ ਬੈਠੇ ਨੇ, ਸਾਡੇ ਬਜ਼ੁਰਗ ਵੀ ਬੈਠੇ ਨੇ, ਸਾਡੀਆਂ ਮਾਤਾਵਾਂ, ਸਾਡੀਆਂ ਭੈਣਾਂ, ਸਾਰੇ ਬਜ਼ੁਰਗ, ਕੋਈ ਬਿਮਾਰ ਠਮਾਰ, ਸਾਰੇ ਉੱਥੇ ਬੈਠੇ ਨੇ। ਕਿੰਨੇ 300 ਤੋਂ ਵੱਧ ਸਾਡੀਆਂ ਸ਼ਹਾਦਤਾਂ ਹੋ ਗਈਆਂ, 300 ਤੋਂ ਵੱਧ ਸਾਡੇ ਉੱਥੇ ਬੰਦੇ ਜਿਹੜੇ ਸ਼ਹੀਦ ਹੋ ਗਏ ਨੇ। ਸੋ ਬਾਈ ਜੀ ਦੇਖੋ, ਅਸੀਂ ਅੱਜ ਮੁਸ਼ਕਲ ਦੇ ਦੌਰ 'ਚੋਂ, ਪਰੇਸ਼ਾਨੀ ਦੇ ਦੌਰ 'ਚੋਂ ਇਹ ਲੰਘ ਰਹੇ ਹਾਂ। ਜੋ ਸਾਡੇ ਤੇ ਜੋ ਤਸ਼ੱਦਦ ਕੀਤੀ ਹੈ ਸਰਕਾਰ ਨੇ, ਅਸੀਂ ਉਹਦੇ ਤੋਂ ਜੋ ਲੰਘ ਰਹੇ ਹਾਂ। ਤੋ ਇਹ ਤਾਂ 12 ਘੰਟੇ ਦਾ ਸਮਾਂ ਮੇਰਾ ਖਿਆਲ ਆ ਕੁਝ ਵੀ ਨਹੀਂ, ਇੰਨੇ ਵੀ ਨਹੀਂ ਸੋਹਲ ਸਾਡੇ ਦੇਸ਼ ਦੇ ਜਿਹੜੇ ਲੋਕ ਨੇ, ਚਾਹੇ ਉਹ ਬਜ਼ੁਰਗ ਹੋਣ ਚਾਹੇ ਉਹ ਬੱਚੇ ਹੋਣ, ਇਹ ਝੇਲਦੇ ਆਏ ਨੇ। ਅੱਜ ਨਹੀਂ, ਇਹ ਸਰਕਾਰਾਂ ਦਾ ਜਿਹੜਾ ਸੰਤਾਪ ਹੈ ਇਹਨਾਂ ਨੇ ਪੂਰੇ ਲਾਕਡਾਊਨ 'ਚ ਝੇਲਿਆ। ਇਹ ਉਹ ਮਜ਼ਦੂਰ ਨੇ ਜਿਹੜੇ ਪੈਦਲ ਬਿਹਾਰ ਨੂੰ ਗਏ ਨੇ, ਪੈਦਲ ਯੂਪੀ ਨੂੰ ਗਏ ਨੇ, ਇੱਥੋਂ ਹੀ ਚੱਲ ਕੇ। ਇਹ ਉਹੀ ਸਾਡੇ ਵੀਰ ਭਾਈ ਨੇ, ਇੰਨੇ ਕਮਜ਼ੋਰ ਨਹੀਂ ਹੈਗੇ। ਸੋ ਇਹ ਅੱਜ ਦੇ ਜਿਹੜੇ 6 ਘੰਟੇ ਨੇ, 12 ਘੰਟੇ ਨੇ, ਉਹ ਇਹਨਾਂ ਨੇ ਆਰਾਮ ਨਾਲ ਕੱਢ ਲੈਣੇ ਆ। ਇਹ ਤਾਂ ਭੁੱਖਣ ਭਾਣੇ ਬਿਨਾਂ ਪਾਣੀ ਤੋਂ ਇਹ ਤਾਂ ਹਜ਼ਾਰਾਂ ਮੀਲਾਂ ਚਲੇ ਗਏ ਸੀ ਤੁਰ ਕੇ। ਸੋ ਇਹ ਤਾਂ ਅੱਜ ਇਹਨਾਂ ਨੂੰ ਸਾਰਾ ਇਹਨਾਂ ਦਾ ਜਿਹੜਾ ਅਸੀਂ ਪ੍ਰਬੰਧ ਕੀਤਾ ਹੋਇਆ, ਅੱਜ 12 ਘੰਟੇ ਕੋਈ ਬਹੁਤ ਵੱਡੀ ਗੱਲ ਨਹੀਂ। ਜਿੱਦਾਂ ਕਿ ਪਹਿਲਾਂ ਵੀ ਟ੍ਰੇਨਾਂ ਰੋਕੀਆਂ ਗਈਆਂ ਸੀਗੀਆਂ, ਯਾਤਾਯਾਤ ਨੂੰ ਪ੍ਰਭਾਵਿਤ ਕੀਤਾ ਗਿਆ ਸੀਗਾ, ਕੀ ਲੱਗਦਾ ਟ੍ਰੇਨਾਂ ਰੋਕਣ ਨਾਲ ਮੋਦੀ ਸਰਕਾਰ ਤੇ ਅਸਰ ਹੋਊਗਾ? ਕਿਉਂਕਿ ਉਹ ਬਿਲਕੁਲ ਜੇ ਗੱਲ ਕਰੀਏ ਵੀ ਉਹਦੇ ਕੰਨ ਤੇ ਜੂੰ ਨਹੀਂ ਸਰਕ ਰਹੀ ਅਜੇ ਤੱਕ, ਔਰ ਜਿਹੜੇ ਹੈਗੇ ਕਾਨੂੰਨਾਂ ਨੂੰ ਰੱਦ ਕਰਨ ਦੇ ਮੂਡ 'ਚ ਨਹੀਂ ਹੈਗਾ। ਜਿੰਨਾ ਇੰਟਰਨੈਸ਼ਨਲ ਜਿੰਨੇ ਲੋਕ ਨੇ, ਜਿੰਨੇ ਇੰਟਰਨੈਸ਼ਨਲ ਆਪਾਂ ਕਹਿ ਲਈਏ ਪੋਲੀਟੀਕਲ ਬੰਦੇ ਨੇ, ਪੋਲੀਟੀਕਲ ਲੋਕ ਨੇ, ਆਮ ਲੋਕ ਨੇ, ਉਹ ਸਾਰਿਆਂ ਦੇ ਵਿੱਚ ਇੱਕ ਜਿਹੜਾ ਸਾਡਾ ਸੁਨੇਹਾ ਉਹ ਤੁਹਾਡੇ ਵੀਰਾਂ ਨੇ ਤੁਸੀਂ ਪਹੁੰਚਾ ਦਿੱਤਾ। ਉਹ ਸਾਡੇ ਤੇ ਜੋ ਤਸ਼ੱਦਦ ਹੋ ਰਹੀ ਹੈ, ਸਾਡੇ ਨਾਲ ਜੋ ਧੱਕੇਸ਼ਾਹੀ ਹੋ ਰਹੀ ਹੈ, ਇਹਨਾਂ ਦੀ ਬਦਮਾਸ਼ੀ, ਗੁੰਡਾਗਰਦੀ 4 ਬੰਦਿਆਂ ਦੀ ਜੋ ਪੂਰੇ ਦੇਸ਼ 'ਚ ਚੱਲ ਰਹੀ ਆ, ਉਹ ਸਾਰੇ ਲੋਕਾਂ ਨੂੰ ਪਤਾ ਚੱਲ ਚੁੱਕੀ ਆ। ਬਾਈ ਜੀ ਇਹਨਾਂ ਦੇ ਕੰਨ ਤੇ ਜੂ ਨਹੀਂ, ਕਰਾਰੇ ਥੱਪੜ ਪੈਣਗੇ। ਹੁਣ ਉਹ ਕਿਵੇਂ ਪੈਣਗੇ? ਇਹ ਜਿਹੜੀਆਂ 5 ਸਟੇਟਾਂ 'ਚ ਹੁਣ ਵੋਟਾਂ ਨੇ, ਇਹ ਸਾਰਾ ਦੇਸ਼, ਸਾਡੇ ਕਿਸਾਨ ਵੀਰ, ਸਾਡੀਆਂ ਜਥੇਬੰਦੀਆਂ ਕੱਲੀ ਸਟੇਟ ਦੇ ਵਿੱਚ ਪਹੁੰਚੀਆਂ ਨੇ। ਉਹ ਪ੍ਰਦਰਸ਼ਨ ਕਰ ਰਹੀਆਂ ਨੇ, ਉਹ ਵਿਰੋਧ ਕਰ ਰਹੀਆਂ ਨੇ ਇਸ ਮੋਦੀ ਦੀ ਸਰਕਾਰ ਦੇ, ਤੇ ਉਹ ਇਦਾਂ ਹੀ ਚੱਲਦਾ ਰਹੂਗਾ। ਉਹ ਜਿਹੜਾ ਵੋਟਾਂ 'ਚ ਇਹਨਾਂ ਨੂੰ ਹਰਾ ਕੇ ਇਹਨਾਂ ਦੇ ਮੂੰਹ ਤੇ ਕਰਾਰੀ, ਤੁਸੀਂ ਕਹਿੰਦੇ ਹੋ ਜੂ ਨਹੀਂ, ਇਹ ਥੱਪੜ ਪੈਣਗੇ ਹੁਣ ਇਹਨਾਂ ਦੇ ਮੂੰਹ ਤੇ। ਸੋ ਜ਼ਰੂਰ ਅਸਰ ਪਊਗਾ ਇਹਨਾਂ ਤੇ। अगर पता होता तो हम यात्रा ही नहीं करते सर। और जम्मू से आए हैं माता के यहाँ से पूजा करके, नई दिल्ली जाना है, और यहाँ बच्चे छोटे छोटे हैं, परेशान हो रहे हैं, और ये गाड़ी रोक करके बैठे हुए हैं। किसान तो बोल रहे हैं कि हम खाने पीने की सारी व्यवस्था कर रहे हैं, थोड़ी देर में आपको सारा खाना वगैरह प्रोवाइड किया जाएगा। संतुष्ट हैं आप? नहीं जी, घर जाना जरूरी है, और भी है। सारा दिन एक जगह बैठना मुश्किल है, 12 घंटे कम से कम नहीं बैठ सकते जी, बच्चे घर में वहाँ परेशान हो रहे हैं। 3 दिन से उधर आए हुए हैं, 3-4 दिन हो गया माता के यहाँ से। अब जा रहे हैं घर जा रहे हैं, तो घर में वहाँ बच्चे परेशान, जो अब पापा आ जाए, अब पापा आ जाए, पापा यहाँ बैठे हुए हैं। कौन जिम्मेवार है? आप समझ सकते हो कौन इसके लिए सीधा कौन जिम्मेवार है? सरकार है, कौन जिम्मेवार है? देखिए ये तो दोनों ही जिम्मेवार है, एक आदमी से ताली नहीं बजता है। सरकार और ये दोनों आदमी मिल के बात करे और इस समस्या का हल कर सकता है। एक आदमी से कुछ नहीं हो, एक आदमी ताली बजाएगा नहीं बजेगा, दोनों ही मिलकर, सरकार और किसान दोनों ही मिलकर इस समस्या का हल कर सकते हैं, अगर चाहें तो। ना चाहे तो ये तो चलता ही है, तो झगड़ा करना है तो बात ही अलग है। बस जी, धन्यवाद। ਬਹੁਤ ਬਹੁਤ ਸ਼ੁਕਰੀਆ ਜੀ। ਇਹ ਸਨ ਜਿਹੜੇ ਟ੍ਰੇਨ ਦੇ ਵਿੱਚ ਸਫ਼ਰ ਕਰ ਰਹੇ ਸਨ। ਟ੍ਰੇਨ ਜਿਹੜੀ ਹੈਗੀ ਖੰਨਾ ਰੇਲਵੇ ਸਟੇਸ਼ਨ ਤੇ ਰੋਕੀ ਗਿਆ। ਟ੍ਰੇਨ ਜਿਹੜੀ ਹੈਗੀ ਆ ਤਕਰੀਬਨ ਸਵੇਰੇ 6 ਵਜੇ ਦੇ ਆਸ-ਪਾਸ ਟ੍ਰੇਨ ਇਹਨੂੰ ਰੋਕੀ ਗਈ ਸੀ, ਔਰ ਸ਼ਾਮ ਨੂੰ 6 ਵਜੇ ਤੱਕ ਜਿਹੜੀ ਹੈ ਟ੍ਰੇਨ ਇਹਨੂੰ ਰੋਕੀ ਜਾਊਗੀ। ਕਿਸਾਨਾਂ ਦਾ ਕਹਿਣਾ ਕਿ ਅਸੀਂ ਜਿਹੜੀ ਕਿ ਖਾਣ ਪੀਣ ਦੀ ਵਿਵਸਥਾ ਜਿਹੜੀ ਹੈਗੀ ਹੈ ਇਹਨਾਂ ਨੂੰ ਅਸੀਂ ਪ੍ਰੋਵਾਈਡ ਕਰਾਵਾਂਗੇ, ਮੈਡੀਕਲ ਸਹੂਲਤਾਂ ਵੀ ਜੇ ਕਿਸੇ ਨੂੰ ਐਮਰਜੈਂਸੀ ਲੋੜ ਪੈਂਦੀ ਆ ਉਹ ਵੀ ਅਸੀਂ ਜਿਹੜੀ ਹੈਗੀ ਇਹਨੂੰ ਸਹੂਲਤ ਦੇਵਾਂਗੇ। ਔਰ ਹੁਣ ਦੇਖਣਾ ਇਹ ਹੋਵੇਗਾ ਕਿ ਟ੍ਰੇਨ ਰੋਕਣ ਨਾਲ ਜਿਹੜੀ ਹੈਗੀ ਹੈ ਭਾਰਤ ਸਰਕਾਰ ਤੇ ਕੇਂਦਰ ਸਰਕਾਰ ਤੇ ਕਿੰਨਾ ਕੁ ਅਸਰ ਹੋਊਗਾ। ਇਹ ਹੁਣ ਆਉਣ ਵਾਲਾ ਸਮਾਂ ਦੱਸੇਗਾ ਕਿ ਖੇਤੀ ਵਿਰੁੱਧ ਕਾਲੇ ਕਾਨੂੰਨ ਕਿੰਨੀ ਜਲਦੀ ਰੱਦ ਹੁੰਦੇ ਨੇ। ਕੈਮਰਾਮੈਨ ਦਲਵੀਰ ਪੰਦੇਰ। ਸੋ ਇਹ ਖੰਨਾ ਦੀਆਂ ਤਸਵੀਰਾਂ ਤੁਸੀਂ ਦੇਖ ਰਹੇ ਸਨ ਕਿ ਕਿਸ ਤਰ੍ਹਾਂ ਰੇਲਵੇ ਸਟੇਸ਼ਨ ਤੇ ਰੇਲ ਨੂੰ ਰੋਕਿਆ ਗਿਆ ਹੈ।
ਇੱਕ ਪਾਸੇ ਯਾਤਰੀਆਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਕਾਫੀ ਪਰੇਸ਼ਾਨੀ ਝੱਲਣੀ ਪੈ ਰਹੀ ਹੈ ਕਿਉਂਕਿ ਉਹਨਾਂ ਨੂੰ 12 ਘੰਟੇ ਇੱਥੇ ਜੋ ਹੈ ਇੰਤਜ਼ਾਰ ਕਰਨਾ ਪੈਣਾ ਹੈ। ਦੂਸਰੇ ਪਾਸੇ ਕਿਸਾਨਾਂ ਦਾ ਕਹਿਣਾ ਹੈ ਕਿ ਕਿਸੇ ਕਿਸਮ ਦੀ ਦਿੱਕਤ ਜਿਹੜੀ ਹੈ ਯਾਤਰੀਆਂ ਨੂੰ ਨਹੀਂ ਆਉਣ ਦਿੱਤੀ ਜਾਵੇਗੀ। ਸੋ ਵੱਖ-ਵੱਖ ਥਾਵਾਂ ਦੀਆਂ ਤਸਵੀਰਾਂ ਜਿੱਥੇ ਬੰਦ ਦਾ ਵਿਆਪਕ ਅਸਰ ਦੇਖਣ ਨੂੰ ਮਿਲ ਰਿਹਾ ਹੈ। ਤੇ ਜਾਣ ਤੋਂ ਪਹਿਲਾਂ ਇੱਕ ਨਜ਼ਰ ਮੁੱਖ ਸੁਰਖੀਆਂ ਤੇ। ਕਿਸਾਨ ਜਥੇਬੰਦੀਆਂ ਦੇ ਵੱਲੋਂ ਅੱਜ ਭਾਰਤ ਬੰਦ, ਪੰਜਾਬ ਦੇ ਵਿੱਚ ਦੇਖਣ ਨੂੰ ਮਿਲਿਆ ਬੰਦ ਦਾ ਵਿਆਪਕ ਅਸਰ। ਕਿਸਾਨਾਂ ਤੇ ਰੇਲਵੇ ਟਰੈਕ ਤੇ ਸੜਕਾਂ ਕੀਤੀਆਂ ਜਾਮ, ਖੇਤੀ ਕਾਨੂੰਨ ਰੱਦ ਕਰਨ ਦੀ ਕੀਤੀ ਜਾ ਰਹੀ ਹੈ ਮੰਗ। ਪੰਜਾਬ ਭਰ ਦੇ ਵਿੱਚ ਕਿਸਾਨਾਂ ਨੇ ਸੜਕੀ ਆਵਾਜਾਈ ਕੀਤੀ ਬੰਦ, ਆਮ ਲੋਕਾਂ ਨੂੰ ਬੰਦ ਕਰਨ ਆਈ ਪਰੇਸ਼ਾਨੀ। ਐਂਬੂਲੈਂਸ ਨੂੰ ਵੀ ਜਾਣ ਤੋਂ ਰੋਕਿਆ ਗਿਆ, ਜ਼ਰੂਰੀ ਸੇਵਾਵਾਂ ਹੋਈਆਂ ਪ੍ਰਭਾਵਿਤ। ਕਰੇਨਾਂ ਤੇ ਭਾਰੀ ਵਾਹਨਾਂ ਲਗਾ ਕੇ ਰਸਤੇ ਕੀਤੇ ਜਾ ਰਹੇ ਨੇ ਬੰਦ। ਪੰਜਾਬ ਦੇ ਵਿੱਚ ਕੋਰੋਨਾ ਮਾਮਲਿਆਂ ਨੇ ਫੜੀ ਰਫ਼ਤਾਰ। 24 ਘੰਟਿਆਂ ਦੇ ਵਿੱਚ 2700 ਨਵੇਂ ਮਾਮਲੇ ਆਏ ਸਾਹਮਣੇ। ਹੁਣ ਤੱਕ 6517 ਲੋਕਾਂ ਦੀ ਹੋ ਚੁੱਕੀ ਹੈ ਮੌਤ। ਜਲੰਧਰ ਦੇ ਵਿੱਚ 417, ਲੁਧਿਆਣਾ ਵਿੱਚ 340 ਤੇ ਮੋਹਾਲੀ ਦੇ ਵਿੱਚ 321 ਲੋਕਾਂ ਦੀ ਕੋਰੋਨਾ ਰਿਪੋਰਟ ਪੋਜ਼ਿਟਿਵ। ਅਤੇ ਸੂਬਿਆਂ ਦੇ ਵਿੱਚ ਵਧੀਆਂ ਗੈਂਗਵਾਰਾਂ ਦੇ ਖਿਲਾਫ ਹਰਕਤ ਦੇ ਵਿੱਚ ਆਇਆ ਪੁਲਿਸ ਪ੍ਰਸ਼ਾਸਨ। ਡੀਜੀਪੀ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਦੇ ਵੱਲੋਂ ਕੀਤੀ ਗਈ ਹੈ ਸਾਂਝੀ ਬੈਠਕ। ਅਪਰਾਧ ਤੇ ਰੋਕ ਲਗਾਉਣ ਦੇ ਲਈ ਵਿਉਂਤ ਤੇ ਕੀਤੀ ਜਾ ਰਹੀ ਹੈ ਚਰਚਾ। ਜੇਕਰ ਤੁਸੀਂ ਕੋਈ ਜਾਣਕਾਰੀ ਜਾਂ ਸੁਝਾਅ ਸਾਡੇ ਨਾਲ ਸਾਂਝਾ ਕਰਨਾ ਚਾਹੁੰਦੇ ਹੋ, ਤੁਸੀਂ ਸਾਨੂੰ ਈਮੇਲ ਕਰ ਸਕਦੇ ਹੋ news@fastway.in। ਤੁਸੀਂ ਸਾਨੂੰ ਆਨਲਾਈਨ ਦੇਖ ਸਕਦੇ ਹੋ www.fastway.in ਤੇ। ਬੁਲੇਟਿਨ ਵਿੱਚ ਫਿਲਹਾਲ ਬਸ ਇੰਨਾ ਹੀ। ਮੈਨੂੰ ਦਿਓ ਇਜਾਜ਼ਤ। ਧੰਨਵਾਦ।